ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਚਉਪਈ। ਅੱਗੇ ਸੁਨੋ ਅਬ ਮਾਲੀ ਪਿਆਰੇ, ਜਿਸ ਬਿਦ ਦੇਹੁਰੇ ਪੰਥ ਬਨਵਾਰੇ। ਜਬ ਮਦ ਪੰਥ ਕਿਲੇ ਥੋ ਵੜਿਓ, ਨਿਜ ਨਿਜ ਡੇਰਨ ਬਹੁ ਕੜਾਹ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ, ਆਪ ਜੀ ਅਤਿਅੰਤ ਵਡਭਾਗੇ ਹੋ, ਜਿਨ੍ਹਾਂ ਨੂੰ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਸੰਧਿਆ ਦੇ ਦੀਵਾਨ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ ਔਰ ਹਰ ਰੋਜ਼ ਸ਼ਾਮ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਸੰਗਤਾਂ ਸਰਵਣ ਕਰ ਰਹੀਆਂ ਨੇ। ਜਿਸ ਵੇਲੇ ਜੈਨ ਖਾਂ ਨੂੰ ਮਾਰ ਕੇ ਖਾਲਸੇ ਨੇ ਸਰਹੰਦ ਤੇ ਕਬਜ਼ਾ ਕੀਤਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਯਾਦ ਆ ਗਈ। ਜੋ 10ਵੇਂ ਪਾਤਸ਼ਾਹ ਨੇ ਕਿਹਾ ਸੀ ਸਰਹੰਦ ਉਜੜ ਜਾਏਗਾ, ਇਸ ਸ਼ਹਿਰ ਖਤਮ ਹੋ ਜਾਏਗਾ, ਇਹਦੀ ਇੱਟ ਨਾਲ ਇੱਟ ਖਾਲਸਾ ਖੜਕਾ ਦੇਵੇਗਾ, ਉਸ ਬਚਨ ਨੂੰ ਸਿੰਘਾਂ ਨੇ ਪੂਰਾ ਕਰ ਵਿਖਾਇਆ। ਸਰਹੰਦ ਦਾ ਕਿਲ੍ਹਾ ਵੀ ਢਾਹ ਦਿੱਤਾ ਔਰ ਸਾਰੇ ਸ਼ਹਿਰ ਤੇ ਖੋਤਿਆਂ ਦਾ ਹਲ ਫੇਰ ਦਿੱਤਾ। ਉਸ ਤੋਂ ਬਾਅਦ ਇਸ ਜਗ੍ਹਾ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਕਿਸ ਤਰ੍ਹਾਂ ਬਣਾਇਆ, ਇਹ ਕਥਾ ਭਾਈ ਰਤਨ ਸਿੰਘ ਜੀ ਭੰਗੂ ਅੱਜ ਦੇ ਪ੍ਰਕਰਨ ਵਿੱਚ ਲਿਖ ਰਹੇ ਨੇ। ਪਿਆਰ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ। ਅੱਗੇ ਸੁਨੋ ਅਬ ਮਾਲੀ ਪਿਆਰੇ। ਹਾਂ, ਭਾਈ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਕਹਿੰਦੇ ਹਨ, ਹੇ ਕੈਪਟਨ ਮਰੀ ਹੁਣ ਤੂੰ ਸੁਣ। ਜਿਸ ਬਿਦ ਦੇਹੁਰੇ ਪੰਥ ਬਨਵਾਰੇ। ਇਸ ਤਰ੍ਹਾਂ ਖਾਲਸੇ ਪੰਥ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ, ਮਾਤਾ ਜੀ ਦੇ ਬੁਰਜ ਦੀ, ਬਿਬਾਨਗੜ੍ਹ ਸਾਹਿਬ ਦੀ ਅਤੇ ਗੁਰਦੁਆਰਾ ਜੋਤੀ ਸਰੂਪ ਦੀ ਸੇਵਾ ਕਰਾਈ ਹੈ। ਜਬ ਮਦ ਪੰਥ ਕਿਲੇ ਥੋ ਵੜਿਓ। ਜਦੋਂ ਖਾਲਸਾ ਪੰਥ ਸਰਹੰਦ ਦੇ ਕਿਲੇ ਦੇ ਵਿੱਚ ਵੜ ਗਿਆ, ਨਿਜ ਨਿਜ ਡੇਰਨ ਬਹੁ ਕੜਾਹ ਕਰਿਓ। ਤੇ ਆਪਣੀਆਂ ਆਪਣੀਆਂ ਛਾਉਣੀਆਂ ਵਿੱਚ ਸਿੰਘਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ। ਕਿਨੇ ਮਾਤਾ ਕੈ ਬੁਰਜ ਵਰਤਾਇਓ। ਕਿਸੇ ਨੇ ਕੜਾਹ ਪ੍ਰਸ਼ਾਦ ਦੀ ਦੇਗ ਮਾਤਾ ਜੀ ਦੇ ਬੁਰਜ ਵਿੱਚ ਜਾ ਕੇ ਵਰਤਾਈ ਹੈ। ਕੋਈ ਸ਼ਹੀਦਨ ਯਾਗਾ ਆਇਓ। ਕੋਈ ਸ਼ਹੀਦਗੰਜ ਸਾਹਿਬ ਵਿਖੇ ਦੇਗ ਵਰਤਾ ਰਹੇ ਹਨ। ਕੋਈ ਗਏ ਸਰ ਜੋਤੀ ਤਾਲ। ਕੋਈ ਜੋਤੀ ਸਰੂਪ ਜਿਹੜਾ ਗੁਰਦੁਆਰਾ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਉਦੋਂ ਤਾਂ ਉਹ ਯਾਦਗਾਰ ਹੀ ਸੀ, ਉੱਥੇ ਜਾ ਕੇ ਕੜਾਹ ਪ੍ਰਸ਼ਾਦ ਵਰਤਾਇਆ। ਜਹਾਂ ਗੱਡੇ ਥੇ ਸਤਿਗੁਰ ਲਾਲ। ਜਿੱਥੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਸਨ, ਉਸ ਜਗ੍ਹਾ ਉੱਤੇ ਵੀ ਸਿੰਘਾਂ ਨੇ ਗੁਰਦੁਆਰਾ ਕਾਇਮ ਕੀਤਾ। ਸਭ ਖਾਲਸਾ ਮਿਲ ਮਤੋ ਠਹਿਰਾਇਓ। ਸਾਰੇ ਖਾਲਸੇ ਨੇ ਗੁਰਮਤਾ ਕੀਤਾ, ਸਾਰੇ ਸਿੰਘ ਇਕੱਠੇ ਹੋਏ, ਸਾਰੇ ਜਥੇਦਾਰ ਇਕੱਠੇ ਹੋਏ। ਚਹੀਅਤ ਇੱਕ ਹੀ ਦੇਹਰੋ ਬਨਵਾਇਓ। ਸਾਰੇ ਸਿੰਘਾਂ ਨੇ ਵਿਚਾਰ ਕੀਤੀ ਵੀ ਇੱਕ ਗੁਰਦੁਆਰਾ ਇੱਥੇ ਬੜਾ ਸੁੰਦਰ ਦਿਉਰਾ ਬਣਨਾ ਚਾਹੀਦਾ ਹੈ। ਜਿਸ ਜਾਗਾ ਗੁਰ ਸੁਤ ਹੈ ਘਾਏ। ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਹਨ ਉਹ ਮੇਨ ਦਰਬਾਰ ਬਣਾਓ। ਬਾਕੀ ਨਿਸ਼ਾਨੀਆਂ ਵੀ ਜਿਹੜੀਆਂ ਨੇ ਉੱਥੇ ਸਹਿਜੇ ਸਹਿਜੇ ਗੁਰੂ ਘਰ ਬਣ ਜਾਣਗੇ। ਪਹਿਲਾਂ ਜਿਹੜਾ ਮੇਨ ਦਰਬਾਰ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਜਗ੍ਹਾ ਹੈ, ਉਸ ਨੂੰ ਗੁਰਦੁਆਰੇ ਨੂੰ ਤਿਆਰ ਕਰੀਏ। ਜਿਸੈ ਠੌਰ ਉਨ ਗਲੇ ਕਟਾਏ। ਜਿੱਥੇ ਨੀਹਾਂ ਵਿੱਚ ਚਿਣ ਕੇ ਬਾਅਦ ਵਿੱਚ ਸੀਸ ਉਤਾਰ ਦਿੱਤੇ ਸਨ, ਉਹ ਜਗ੍ਹਾ ਜਿਹੜੀ ਹੈ ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸੇ ਨੇ ਉਸ ਜਗ੍ਹਾ ਨੂੰ ਪੱਕਿਆਂ ਕਰਨ ਦਾ ਇਰਾਦਾ ਕੀਤਾ ਹੈ। ਜਿਸੈ ਠੌਰ ਉਨ ਵੀਟਿਓ ਰਕਤ। ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਵੀਟਿਆ ਸੀ, ਭਾਵ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਜ਼ਾਲਮ ਵਜ਼ੀਰ ਖਾਨ ਨੇ
ਸ਼ਹੀਦ ਕੀਤਾ ਸੀ। ਉਸੇ ਠੌਰ ਉਨ ਹੋਵਗ ਸ਼ਕਤ। ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਵਾਲੀ ਜਗ੍ਹਾ ਹੈ ਉੱਥੇ ਸ਼ਕਤੀ ਪ੍ਰਤੱਖ ਹੋਵੇਗੀ। ਕਿਉਂ? ਸ਼ਹੀਦੀ ਪਹਿਰਾ ਉੱਥੇ ਵਰਤਿਆ ਹੈ ਤੇ ਸ਼ਹੀਦੀ ਫੌਜਾਂ ਉੱਥੇ ਪਹਿਰਾ ਦਿੰਦੀਆਂ ਹਨ। ਬ੍ਰਿਧ ਪੁਰਸ਼ ਉਹਾਂ ਪੁੱਛ ਬੁਲਾਏ। ਜਿਹੜੇ ਸਿਆਣੇ ਬਜ਼ੁਰਗ ਸਨ ਸਰਹੰਦ ਦੇ ਵਿੱਚ ਰਹਿਣ ਵਾਲੇ ਬੁੱਢੇ, ਜਿਨ੍ਹਾਂ ਦੀ ਉਮਰ 70 80 80 ਸਾਲ ਦੀ ਸੀ, ਉਹਨਾਂ ਨੂੰ ਬੁਲਾਇਆ ਹੈ। ਅਸਥਾਨ ਪਤੇ ਉਨ ਸਭੈ ਬਤਾਏ। ਉਹਨਾਂ ਨੇ ਦੱਸਿਆ ਵੀ ਆਹ ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ। ਇਹ ਨਿਸ਼ਾਨੀ ਹੈ ਸਾਹਿਬਜ਼ਾਦਿਆਂ ਦੀ। ਦੋਹਰਾ ਔਰ ਜੋ ਪੀਛੈ ਜਿਮ ਭਈ ਤਿਮ ਉਨ ਦਈ ਸੁਨਾਏ। ਉਹਨਾਂ ਬਜ਼ੁਰਗਾਂ ਨੇ ਜਿਹੜੇ ਕਿ ਉਸ ਵੇਲੇ ਉਹ ਛੋਟੀ ਉਮਰ ਦੇ ਹੋਣਗੇ ਜਦੋਂ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ, ਹੁਣ 80 80 90 90 ਸਾਲ ਦੇ ਬਜ਼ੁਰਗ ਹੋ ਗਏ ਨੇ। ਉਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਵਰਤਣ ਤੋਂ ਬਾਅਦ ਕੌਤਕ ਹੋਇਆ ਸੀ, ਉਹ ਉਹਨਾਂ ਬਜ਼ੁਰਗਾਂ ਨੇ ਦੱਸਿਆ ਹੈ। ਜਿਮ ਤੁਰਕਨ ਕਉ ਗ੍ਰਸਟ ਨਿਜ ਦੀਪਕ ਲਿਓ ਬਲਵਾਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸ਼ਹੀਦੀ ਫੌਜਾਂ ਨੇ ਤੁਰਕਾਂ ਨੂੰ ਕਾਬੂ ਕੀਤਾ ਸ਼ਹੀਦੀ ਪਹਿਰੇ ਲਾ ਕੇ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣੀ ਯਾਦਗਾਰ ਆਪ ਹੀ ਕਾਇਮ ਕਰਵਾ ਲਈ। ਤੁਰਕਾਂ ਨੂੰ ਸ਼ਹੀਦੀ ਫੌਜਾਂ ਦੇ ਪਹਿਰੇ ਲੱਗ ਗਏ। ਸ਼ਹੀਦਾਂ ਨੇ ਧੌਣ ਤੋਂ ਫੜ ਕੇ ਗੋਡਾ ਧੌਣ ਤੇ ਧਰ ਕੇ ਤੁਰਕਾਂ ਕੋਲੋਂ ਸ਼ਹੀਦੀ ਜਗ੍ਹਾ ਤੇ ਜੋਤ ਜਗਵਾਈ ਸੀ। ਉਹ ਕਥਾ ਪੁਰਾਣੇ ਬਜ਼ੁਰਗਾਂ ਨੇ ਖਾਲਸੇ ਪੰਥ ਨੂੰ ਸੁਣਾਈ ਹੈ। ਜਾਓ ਪਈ ਜਿਸੈ ਭਾਂਤ ਉਨ ਬ੍ਰਿਧਨ ਬਤਾਈ। ਉਹਨਾਂ ਬਜ਼ੁਰਗਾਂ ਨੇ, ਬੁੱਢਿਆਂ ਨੇ ਇਸ ਸ਼ਹੀਦੀ ਅਸਥਾਨ ਦੀ ਤਾਕਤ ਬਾਰੇ, ਇਸ ਅਸਥਾਨ ਦੀ ਅਜ਼ਮਤ ਬਾਰੇ ਦੱਸਿਆ ਹੈ। ਉਸੀ ਭਾਂਤ ਮੈਂ ਲਿਖਿਓ ਬਣਾਈ। ਜਿਵੇਂ ਉਹਨਾਂ ਨੇ ਦੱਸਿਆ ਸੀ, ਸਾਡੇ ਪਿਤਾ ਜੀ ਨੇ ਸੁਣਿਆ ਸੀ ਤੇ ਪਿਤਾ ਜੀ ਤੋਂ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਪੰਥ ਪ੍ਰਕਾਸ਼ ਵਿੱਚ ਲਿਖ ਰਿਹਾ ਹਾਂ। ਇਹ ਸੱਚੀ ਹਕੀਕਤ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦਾ ਮੁੱਢਲਾ ਇਤਿਹਾਸ, ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦੀ ਫੌਜਾਂ ਨੇ, ਗੁਪਤ ਗੈਬੀ ਫੌਜਾਂ ਨੇ ਉਸ ਅਸਥਾਨ ਦੀ ਮਰਿਆਦਾ ਕਾਇਮ ਰੱਖੀ ਸੀ। ਜਬੈ ਵਜ਼ੀਰੈ ਬਾਲ ਮਰਵਾਇਓ। ਜਦੋਂ ਵਜ਼ੀਰ ਖਾਨ ਨੇ ਸੂਬੇ ਸਰਹੰਦ ਨੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਵਾ ਦਿੱਤਾ, ਉਸੈ ਬਾਲਣ ਸੋ ਪਕੜੋ ਆਇਓ। ਉਹਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸ਼ਹੀਦੀ ਪਹਿਰੇ ਨੇ ਪਕੜ ਲਿਆ। ਸ਼ਹੀਦੀ ਫੌਜਾਂ ਆ ਗਈਆਂ, ਗੁਪਤ ਫੌਜਾਂ ਜਿਹੜੀਆਂ ਦਿਸਦੀਆਂ ਨਹੀਂ ਹੁੰਦੀਆਂ ਸਾਧ ਸੰਗਤ ਜੀ, ਪਰ ਪਹਿਰਾ ਬੜਾ ਤਗੜਾ ਲਾਉਂਦੀਆਂ ਹਨ। ਸ਼ਹੀਦੀ ਫੌਜਾਂ ਦਾ ਪਹਿਰਾ ਲੱਗ ਗਿਆ ਤੇ ਤੁਰਕਾਂ ਨੂੰ ਬਹੁਤ ਪਰੇਸ਼ਾਨੀ ਹੋਈ। ਕਦੈ ਸੂਲ ਕਦ ਕਹੈ ਅਫਾਰਾ। ਸੂਬੇ ਵਜ਼ੀਰ ਖਾਨ ਨੂੰ ਤਕਲੀਫਾਂ ਹੋਣੀਆਂ ਸ਼ੁਰੂ ਹੋ ਗਈਆਂ, ਬਿਮਾਰੀਆਂ ਲੱਗ ਗਈਆਂ। ਕਦੀ ਕਹਿੰਦਾ ਮੇਰੇ ਪੇਟ 'ਚ ਸੂਲ ਉੱਠਦਾ ਹੈ, ਕਦੀ ਕਹਿੰਦਾ ਅਫਾਰਾ ਹੋਇਆ ਹੈ। ਸਮਝ ਹੀ ਨਹੀਂ ਆਉਂਦੀ ਵੈਦਾਂ ਹਕੀਮਾਂ ਨੂੰ ਵੀ। ਉਹ ਦਵਾਈਆਂ ਵੱਖਰੀਆਂ ਵੱਖਰੀਆਂ ਬਦਲ ਕੇ ਦਿੰਦੇ ਰਹੇ, ਪਰ ਕਿਸੇ ਦਵਾਈ ਨਾਲ ਵਜ਼ੀਰ ਖਾਨ ਨੂੰ ਚੈਨ ਨਹੀਂ ਆਇਆ। ਭੇਤ ਨਾ ਦੇਵੈ ਵਹੁ ਮਨ ਸਾਰਾ। ਤੇ ਵਜ਼ੀਰ ਖਾਨ ਮੰਜੇ ਤੇ ਪਿਆ ਰਹਿੰਦਾ। ਕਦੀ ਕਹਿੰਦਾ ਮੈਨੂੰ ਦਰਦ ਹੁੰਦੀ ਹੈ, ਕਦੀ ਕਹਿੰਦਾ ਸੂਲ ਉੱਠਦਾ, ਕਦੀ ਕਹਿੰਦਾ ਅਫਾਰਾ ਉੱਠਦਾ। ਸ਼ਰਮ ਦਾ ਮਾਰਾ ਅਸਲੀਅਤ ਦੱਸਦਾ ਵੀ ਨਹੀਂ। ਉਹਨੂੰ ਅਸਲ 'ਚ ਸ਼ਹੀਦਾਂ ਦੇ ਦਰਸ਼ਨ ਹੁੰਦੇ ਸਨ, ਸਲੋਤਰ ਪੈਂਦੇ, ਡੰਡੇ ਪੈਂਦੇ ਸ਼ਹੀਦੀ ਫੌਜ ਦੇ, ਤੇ ਉਹ ਦੱਸਦਾ ਨਹੀਂ ਸ਼ਰਮ ਦਾ ਮਾਰਾ। ਹਾਂਜੀ, ਜਾਗਤ ਡਰੈ ਔ ਸੂਤੋ ਬਰੜਾਵੈ। ਜਾਗਦਾ ਵੀ ਡਰਦਾ, ਜਦੋਂ ਜਾਗਦਾ ਹੁੰਦਾ ਉਦੋਂ ਵੀ ਡਰ ਜਾਂਦਾ, ਤੇ ਸੁੱਤਾ ਪਿਆ ਤਾਂ ਬਹੁਤ ਡਰਦਾ, ਬਰੜਾਉਂਦਾ ਹੈ। ਸ਼ਹੀਦ ਆ ਗਏ, ਸ਼ਹੀਦ ਆ ਗਏ, ਏਦਾਂ ਬਰੜਾ ਕੇ ਉੱਠਦਾ ਹੈ। ਹਾਂਜੀ, ਹਾਏ ਹਾਏ ਕਰ ਉੱਠ ਭੱਜ ਜਾਵੈ। ਹਾਏ 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 ਕਰਕੇ ਉੱਠਦਾ, ਬਰੜਾਉਂਦਾ, ਸੁੱਤਾ ਪਿਆ ਉੱਠ ਕੇ ਦੌੜ ਪੈਂਦਾ, ਕੰਧਾਂ 'ਚ ਵੱਜਦਾ ਹੈ, ਝੱਲਾ ਹੋਇਆ ਫਿਰਦਾ ਹੈ ਵਜ਼ੀਰ ਖਾਨ। ਕਹੈ ਬਾਣੋ ਕੋਈ ਨੀਲੋ ਧਾਰੀ। ਲੋਕਾਂ ਨੂੰ ਜਦੋਂ ਕੋਈ ਨੇੜੇ ਦੇ ਬੰਦੇ ਪੁੱਛਦੇ ਹਨ, ਮੌਲਵੀ ਪੁੱਛਦੇ ਹਨ ਵੀ ਤੈਨੂੰ ਕੀ ਹੋਇਆ, ਕਹਿੰਦਾ ਕੋਈ ਨੀਲੇ ਬਾਣੇ ਵਾਲੇ ਹਨ।
ਮਾਰੈ ਸੋਟੇ ਮੋਹਿ ਰਾਤ ਸਾਰੀ। ਸਾਰੀ ਸਾਰੀ ਰਾਤ ਮੈਨੂੰ ਸੋਟੇ ਮਾਰਦੇ, ਨੀਲੇ ਬਾਣੇ ਵਾਲੇ ਸਿੰਘ ਆ ਕੇ ਸੌਣ ਨਹੀਂ ਦਿੰਦੇ, ਹੁੱਜਾ ਮਾਰ ਕੇ ਉਠਾ ਲੈਂਦੇ ਨੇ। ਦੋ ਬਾਲਕ ਜੋ ਅਬ ਹਮ ਮਾਰੇ। ਫਿਰ ਸੱਚ ਬੋਲਦਾ, ਕਹਿੰਦਾ ਜਿਹੜੇ ਉਹ ਦੋ ਬੱਚੇ ਮੈਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਨੇ, ਗਿਰਦ ਫਿਰੈ ਫੜ ਕਰਦ ਕਟਾਰੇ। ਉਹ ਨਿੱਕੇ ਨਿੱਕੇ ਦੋਵੇਂ ਸਾਹਿਬਜ਼ਾਦੇ ਹੱਥ ਵਿੱਚ ਕਟਾਰਾਂ ਫੜੀਆਂ ਮੈਨੂੰ ਘੂਰਦੇ ਨੇ, ਮੈਨੂੰ ਮਾਰਨ ਆਉਂਦੇ ਨੇ, ਮੇਰੇ ਆਲੇ ਦੁਆਲੇ, ਮੇਰੇ ਪਲੰਗ ਦੇ ਆਲੇ ਦੁਆਲੇ ਫਿਰਦੇ ਨੇ। ਉਹਨਾਂ ਦੇ ਨਾਲ ਨੀਲੇ ਬਾਣੇ ਵਾਲੀਆਂ ਵੱਡੀਆਂ ਵੱਡੀਆਂ ਦਮਾਲਿਆਂ ਵਾਲੀਆਂ ਫੌਜਾਂ ਉਹ ਮੈਨੂੰ ਆ ਕੇ ਠੋਕਰਾਂ ਮਾਰਦੀਆਂ ਨੇ, ਸੋਟੇ ਮਾਰਦੀਆਂ ਨੇ। ਸਦ ਮੁਲਾ ਨੇ ਭੇਦ ਕਹਿ ਦਇਓ। ਜਦ ਪਹਿਲਾਂ ਤਾਂ ਕਈ ਦਿਨ ਬੋਲਿਆ ਨਾ ਵਜ਼ੀਰ ਖਾਂ ਸ਼ਰਮ ਦਾ ਮਾਰਾ, ਪਰ ਜਦੋਂ ਤੰਗ ਆ ਗਿਆ ਸ਼ਹੀਦੀ ਫੌਜ ਨੇ ਜ਼ਿਆਦਾ ਹੀ ਟੈਟ ਕਰ ਦਿੱਤਾ। ਫਿਰ ਮੁਲਾਣਿਆਂ ਨੂੰ ਸੱਦਿਆ, ਮੁਲਾਣਿਆਂ ਨੂੰ ਦੱਸਿਆ ਵੀ ਮੇਰੇ ਨਾਲ ਤਾਂ ਆਹ ਗੱਲ ਬੀਤ ਰਹੀ ਹੈ। ਜਿਸ ਦਿਨ ਦੇ ਮੈਂ ਗੁਰੂ ਦੇ ਪੁੱਤਰ ਮਾਰੇ ਨੇ, ਉਸ ਦਿਨ ਦੇ ਨੀਲੇ ਬਾਣੇ ਵਾਲੇ ਸਿੰਘ ਮੈਨੂੰ ਸੌਣ ਨਹੀਂ ਦਿੰਦੇ। ਤਬੀਤ ਧਾਗੋ ਉਨ ਨੈ ਬਹੁ ਕਯੋ। ਮੁਲਾਣਿਆਂ ਨੇ ਬੜੀਆਂ ਕਲਮਾਂ ਪੜ੍ਹ ਕੇ ਤਬੀਤਾਂ ਧਾਗੇ, ਉਹਦੇ ਗਲ ਵਿੱਚ ਵੀ ਧਾਗੇ ਪਾਏ, ਉਹਦੇ ਡੋਲਿਆਂ ਤੇ ਵੀ ਰੱਖਾਂ ਬੰਨੀਆਂ, ਉਹਦੇ ਆਲੇ ਮੰਜੇ ਦੁਆਲੇ ਆਲੇ ਦੁਆਲੇ ਵੀ ਬੜੀਆਂ ਉਹਨਾਂ ਨੇ ਕਲਾਮਾਂ ਪੜ੍ਹੀਆਂ ਵੀ ਇਹਦੇ ਨੇੜੇ ਸ਼ਹੀਦਾਂ ਦੀ ਫੌਜ ਨਾ ਆਵੇ। ਤਉ ਭੀ ਉਸ ਕੋ ਛੁਟੈ ਨਾ ਖਿਆਲ। ਪਰ ਸ਼ਹੀਦ ਸਿੰਘ ਕਿੱਥੇ ਛੱਡਦੇ ਐ, ਉਹਨਾਂ ਨੂੰ ਕੌਣ ਰੋਕ ਸਕਦਾ ਹੈ। ਸ਼ਹੀਦਾਂ ਦੀ ਫੌਜ ਫੇਰ ਆ ਕੇ ਉਸੇ ਤਰ੍ਹਾਂ ਹੀ ਸਲੋਤਰ ਫੇਰਦੀ ਹੈ। ਸਗਮੋ ਉਸ ਹੋਏ ਬੁਰੋ ਹਵਾਲ। ਜਿਸ ਦਿਨ ਦਾ ਉਹ ਕਲਮਾ ਪੜ੍ਹਾਉਣ ਲੱਗਾ ਉਸ ਦਿਨ ਦਾ ਹੋਰ ਜ਼ਿਆਦਾ ਪਹਿਰਾ ਲਾ ਦਿੱਤਾ। ਕਰੜਾ ਸ਼ਹੀਦਾਂ ਨੇ ਬੁਰਾ ਹਾਲ ਕਰ ਦਿੱਤਾ ਸੂਬੇ ਸਰਹੰਦ ਦਾ। ਦੋਹਰਾ ਜਿਮ ਜਿਮ ਤਾਗੇ ਉਨ ਬੰਦੇ ਪੜ੍ਹਾਏ ਆਏ ਕਲਾਮ। ਜਿਉਂ ਜਿਉਂ ਕਲਾਮਾਂ ਪੜ੍ਹਾਉਂਦਾ ਸੀ, ਧਾਗੇ ਤਵੀਤ ਕਰਦਾ ਸੀ, ਤਿਉਂ ਤਿਉਂ ਉਹਦੀ ਕੁੱਟ ਕੁਟਾਈ ਜ਼ਿਆਦਾ ਹੋਣ ਲੱਗ ਪਈ। ਤਿਮ ਤਿਮ ਉਸ ਬਹੁ ਦੁੱਖ ਲੱਗੈ ਪਾਏ ਨਾ ਕਛੂ ਆਰਾਮ। ਤਿਉਂ ਤਿਉਂ ਦੁਖੀ ਹੁੰਦਾ, ਚੀਕਾਂ ਮਾਰਦਾ, ਆਰਾਮ ਨਹੀਂ ਮਿਲਦਾ ਸੂਬੇ ਸਰਹੰਦ ਨੂੰ। ਕਹਿੰਦੇ ਸੁੱਤਾ ਪਿਆ ਉੱਠ ਕੇ ਆ ਗਏ ਸ਼ਹੀਦ ਕਰਦਾ ਹੋਇਆ ਕੰਧਾਂ 'ਚ ਵੱਜਦਾ ਸੀ। ਚਾਉ ਪਈ ਔਰ ਤੁਰਕ ਕੋ ਉਤ ਵੱਲ ਜਾਵੈ। ਸੂਬਾ ਦਾ ਤੰਗ ਸੀ, ਹੋਰ ਵੀ ਕੋਈ ਤੁਰਕ ਜੁੱਤੀ ਪਾ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਵੱਲ ਜਾਂਦਾ ਸੀ। ਨਰੜ ਪਕੜ ਹੋਏ ਤੁਰਤ ਗਿਰ ਪਾਵੈ। ਉਹਨੂੰ ਵੀ ਸ਼ਹੀਦੀ ਪਹਿਰਾ ਲੱਗ ਜਾਂਦਾ ਸੀ, ਉਹਨੂੰ ਵੀ ਨਰੜ ਲੈਂਦੇ ਸਨ, ਉੱਥੇ ਹੀ ਸੁੱਟ ਲੈਂਦੇ ਸਨ ਤੇ ਉੱਥੇ ਹੀ ਸਲੋਤਰ ਫੇਰ ਦਿੰਦੇ ਸਨ। ਕਈ ਦੁਸ਼ਟ ਥੇ ਜਦ ਕਰਤ ਪਿਸ਼ਾਬ। ਕਈ ਦੁਸ਼ਟ ਇਹੋ ਜਿਹੇ ਸਨ ਜਿਹੜੇ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਲੈਣੇ ਦੇ ਦੇਣੇ ਪੈ ਜਾਂਦੇ ਸਨ। ਜੇ ਉੱਥੇ ਨੇੜੇ ਕੋਈ ਪਿਸ਼ਾਬ ਕਰ ਦਵੇ, ਕੋਈ ਥੁੱਕ ਵੀ ਦਵੇ, ਕੋਈ ਜੁੱਤੀ ਪਾ ਕੇ ਸ਼ਹੀਦੀ ਸਥਾਨ ਦੇ ਉੱਤੋਂ ਦੀ ਲੰਘਣ ਲੱਗੇ, ਫਿਰ ਤਾਂ ਸ਼ਹੀਦ ਸਿੰਘ ਉਹਦਾ ਬੁਰਾ ਹਾਲ ਕਰ ਦਿੰਦੇ ਸਨ। ਤੇ ਮਾਰੀਅਤ ਦੇ ਬਹੁਤ ਅਯਾਬ। ਬੜਾ ਅਜਾਬ ਦੇ ਦੇ ਕੇ ਸ਼ਹੀਦ ਉਹਨੂੰ ਮਾਰਦੇ ਸਨ। ਫਿਰ ਉਹਨੂੰ ਕਰੜਾ ਕਰਕੇ ਰਗੜ ਰਗੜ ਕੇ, ਅੱਡੀਆਂ ਰਗੜ ਰਗੜ ਕੇ ਮਰਦਾ ਸੀ। ਜਿਹੜਾ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਸਥਾਨ ਫਤਿਹਗੜ੍ਹ ਸਾਹਿਬ ਦੀ ਕਿਸੇ ਤਰ੍ਹਾਂ ਵੀ ਕੋਈ ਬੇਅਦਬੀ ਕਰ ਦਿੰਦਾ ਸੀ। ਤਉ ਤੁਰਕਨ ਕੈ ਮਨ ਭੈ ਆਈ। ਤਾਂ ਸਾਧ ਸੰਗਤ ਜੀ, ਤੁਰਕਾਂ ਦਾ ਮਨ ਬਹੁਤ ਡਰ ਗਿਆ, ਬਹੁਤ ਭੈ ਭੀਤ ਹੋ ਗਏ, ਕਿਉਂਕਿ ਇੱਕ ਬੰਦੇ ਨਾਲ ਨਹੀਂ ਦਰਜਨਾਂ ਬੰਦਿਆਂ ਨਾਲ ਇਹ ਘਟਨਾ ਵਾਪਰ ਗਈ। ਥੋੜੇ ਦਿਨਾਂ ਦੇ ਵਿੱਚ ਸਰਹੰਦ ਵਿੱਚ ਚੀਕ ਝਾੜਾ ਪੈ ਗਿਆ। ਪ੍ਰਗਟ ਨਾ ਭਾਖੈ ਗੋਪ ਰਖਾਈ। ਪਰ ਦੂਜਿਆਂ ਨੂੰ ਸ਼ਰਮ ਦੇ ਮਾਰੇ ਦੱਸਦੇ ਨਹੀਂ ਸਨ, ਕਿਉਂਕਿ ਕਰਤੂਤ ਮਾੜੀ ਕੀਤੀ ਸੀ। ਹੁਣ ਆਪਣੀ ਕਰਤੂਤ ਦੱਸਣਾ ਬੜਾ ਔਖਾ ਲੱਗਦਾ ਹੈ। ਆਪ ਸਮਦ ਮਿਲ ਬਾਤੈਂ ਕਰੈ। ਆਪਸ ਵਿੱਚ ਇਕੱਠੇ ਹੋ ਕੇ ਗੱਲਾਂ ਕਰਦੇ, ਦੂਜਿਆਂ ਨੂੰ, ਹਿੰਦੂਆਂ ਨੂੰ ਜਾਂ ਸਿੱਖਾਂ ਨੂੰ ਪਤਾ ਨਾ ਲੱਗ ਜਾਵੇ। ਆਪਸ ਵਿੱਚ ਗੱਲਾਂ ਕਰਦੇ ਘੁਸਰ ਮੁਸਰ। ਇਤ ਵੱਲ ਨਾ ਜਾਈਓ ਯਹੋਂ ਆਖੈ ਔ ਡਰੈ। ਏਦਾਂ ਵੀ ਕਹਿੰਦੇ ਉਧਰ ਨਾ ਜਾਈਓ, ਕਹਿੰਦੇ ਉਹ ਪਾਸੇ, ਉਹ ਜਿੱਧਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਜਗ੍ਹਾ ਹੈ ਨਾ, ਕਹਿੰਦੇ ਉਧਰ ਨਾ ਜਾਈਓ, ਉਧਰ ਬੜਾ ਔਖਾ ਕੰਮ ਹੁੰਦਾ। ਮੈਂ ਗਿਆ ਸੀ, ਕਹਿੰਦਾ ਮੈਂ ਬੜਾ ਤੰਗ ਆ। ਦੂਜਾ ਕਹਿੰਦਾ ਮੈਨੂੰ ਵੀ ਲੱਗਿਆ ਸੀ ਉੱਥੇ, ਮੈਂ ਲੰਘਿਆ ਸੀ, ਮੈਨੂੰ ਵੀ ਮਾਰ ਪਈ ਸੀ। ਏਦਾਂ ਇੱਕ ਦੂਜੀ ਨੂੰ ਦੱਸਦੇ ਹੌਲੇ ਹੌਲੇ, ਡਰਦੇ ਬੜੇ ਆ।
ਉਧਰ ਜੁੱਤੀ ਪਾ ਕੇ ਲੰਘਣਾ ਤਾਂ ਕੀ, ਨੰਗੇ ਪੈਰੀ ਵੀ ਲੰਘਣ ਤੋਂ ਡਰਨ ਲੱਗ ਪਏ ਹਨ, ਉਧਰ ਜਾਂਦੇ ਹੀ ਨਹੀਂ ਹੁਣ। ਦਰੂਦ ਫਾਤੀਆ ਔ ਉਪਾਉ ਬਥੇਰੇ। ਬੜੇ ਫਾਤੀਏ ਪੜ੍ਹਦੇ ਨੇ, ਦਰੂਦ ਫਾਤੀਏ ਕਰਦੇ, ਹੋਰ ਧਾਗੇ ਤਵੀਤ ਕਲਮਾ ਪੜ੍ਹ ਕੇ ਗਲ ਵਿੱਚ ਪਾਉਂਦੇ ਨੇ। ਜਿਮ ਜਿਮ ਕਰੈ ਤਿਮ ਦੁਖੈ ਕਨੇਰੇ। ਜਿਵੇਂ ਜਿਵੇਂ ਉਹ ਇਲਾਜ ਕਰਦੇ ਨੇ ਤਿਉਂ ਤਿਉਂ ਦੁਖੀ ਹੁੰਦੇ ਨੇ। ਜਿੰਨਾ ਜ਼ਿਆਦਾ ਉਹ ਕਲਾਮਾਂ ਪੜ੍ਹ ਕੇ ਸਾਹਿਬ ਸ਼ਹੀਦਾਂ ਦੀ ਫੌਜ ਨੂੰ ਰੋਕਣਾ ਚਾਹੁੰਦੇ ਨੇ, ਸ਼ਹੀਦ ਸਿੰਘ ਉਹਨਾਂ ਜ਼ਿਆਦਾ ਰਗੜਾ ਦਿੰਦੇ ਨੇ। ਤਉ ਥਕ ਥਕ ਕੇ ਬਾਤ ਉਚਾਰੀ। ਤਾਂ ਫਿਰ ਹਾਰ ਕੇ ਥੱਕ ਕੇ ਕਹਿੰਦੇ ਨੇ ਆਪਸ ਵਿੱਚ, ਨਿਬਾਬ ਨਾ ਮਿਲੈ ਸੌਣੇ ਰਾਤ ਸਾਰੀ। ਸਾਰੀ ਸਾਰੀ ਰਾਤ ਨਵਾਬ ਵਿਚਾਰਾ ਜਾਗਦਾ ਰਹਿੰਦਾ ਵਜ਼ੀਰ ਖਾਨ, ਤੇ ਸਾਰੀ ਸਾਰੀ ਰਾਤ ਉਹਦੀ ਅੱਖ ਨਹੀਂ ਲੱਗਣ ਦਿੰਦੇ ਸ਼ਹੀਦ। ਜਦੋਂ ਮਾੜੀ ਦੀ ਅੱਖ ਲੱਗਣ ਲੱਗਦੀ ਆ ਕੇ ਹੁੱਜ ਮਾਰ ਕੇ ਉਠਾ ਦਿੰਦੇ ਨੇ, ਤੇ ਸਾਰੀ ਰਾਤ ਉਹਨੂੰ ਤੰਗ ਕਰਦੇ ਨੇ। ਬੜਾ ਤੰਗ ਆ ਗਿਆ ਵਜ਼ੀਰ ਖਾਨ। ਸਦ ਹਿੰਦੂ ਉਨ ਬਾਤ ਉਚਾਰੀ। ਪਹਿਲਾਂ ਤਾਂ ਮੁਲਾਣਿਆਂ ਨੂੰ ਪੁੱਛ ਕੇ ਇਲਾਜ ਕਰਾਂਦਾ ਸੀ, ਫਿਰ ਉਹਨੇ ਸੋਚਿਆ ਵੀ ਜੇ ਮੁਲਾਣਿਆਂ ਤੋਂ ਇਲਾਜ ਨਹੀਂ ਹੋਇਆ ਤੇ ਪੰਡਤਾਂ ਤੋਂ ਕਰਾ ਲਈਏ। ਉਹਨੇ ਪੰਡਤ ਬੜੇ ਜਿਹੜੇ ਮੰਤਰ ਜੰਤਰ ਕਰਦੇ ਉਹਨਾਂ ਨੂੰ ਬੁਲਾਇਆ। ਜਾ ਕੋ ਜਤਨ ਕੋ ਕਹੋ ਵਿਚਾਰੀ। ਸੂਬੇ ਸਰਹੰਦ ਨੇ ਪੰਡਤਾਂ ਨੂੰ ਕਿਹਾ ਕਿ ਕੋਈ ਹੀਲਾ ਦੱਸੋ, ਕੋਈ ਸਾਨੂੰ ਯਤਨ ਦੱਸੋ ਜਿਹਦੇ ਨਾਲ ਮੇਰੀ ਨੀਂਦ ਜਿਹੜੀ ਆ ਠੀਕ ਹੋ ਜਾਵੇ। ਰਾਤ ਨੂੰ ਮੈਨੂੰ ਨੀਲੇ ਬਾਣੇ ਵਾਲੇ ਆ ਕੇ ਮਾਰਦੇ ਨੇ, ਉਹਨਾਂ ਤੋਂ ਮੈਨੂੰ ਬਚਾ ਲਓ। ਉਹਾਂ ਆਇਓ ਥੋ ਕਪੂਰੋ ਬਿਰਾੜ। ਤੋ ਉਹਨਾਂ ਪੰਡਤਾਂ ਨੇ ਮੰਤਰ ਜੰਤਰ ਕੀਤੇ, ਪਰ ਮੰਤਰਾਂ ਨਾਲ ਵੀ ਸ਼ਹੀਦੀ ਫੌਜ ਕਾਬੂ ਨਹੀਂ ਆਉਂਦੀ ਕਿਸੇ ਤਰ੍ਹਾਂ ਵੀ। ਸ਼ਹੀਦ ਸਿੰਘਾਂ ਦਾ ਤਾਂ ਇੱਕੋ ਇਲਾਜ ਹੁੰਦਾ ਹੈ ਕਿ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇ, ਉਹਨਾਂ ਦੇ ਅੱਗੇ ਗੋਡੇ ਟੇਕ ਦਿਓ, ਹੱਥ ਜੋੜ ਦਿਓ, ਮਹਾਰਾਜ ਦਸਵੇਂ ਪਾਤਸ਼ਾਹ ਦਾ ਵਾਸਤਾ ਪਾ ਦਿਓ, ਫਿਰ ਤਾਂ ਛੱਡ ਜਾਂਦੇ ਹੈ। ਉੱਦਾਂ ਨਹੀਂ ਛੱਡਦੇ ਸ਼ਹੀਦ ਸਿੰਘ ਕਿਸੇ ਨੂੰ ਵੀ, ਭਾਵੇਂ ਜਿੱਡਾ ਮਰਜ਼ੀ ਕੋਈ ਮੰਤਰ ਜੰਤਰ ਕਲਮਾ ਪੜ੍ਹਦਾ ਫਿਰੇ। ਸੋ ਸਾਰਾ ਜ਼ੋਰ ਲੱਗ ਗਿਆ। ਫਿਰ ਸਾਧ ਸੰਗਤ ਜੀ ਕਪੂਰਾ ਆਇਆ ਮਾਮਲਾ ਦੇਣ ਵਾਸਤੇ। ਕਪੂਰ ਸਿੰਘ ਜਿਹੜਾ ਕਪੂਰਾ ਬਰਾੜ ਕੋਟ ਕਪੂਰੇ ਦਾ ਸਰਦਾਰ ਹੋਇਆ। ਇਹ ਜਿਹੜਾ ਕੋਟ ਕਪੂਰਾ ਦਾ ਇਲਾਕਾ ਹੈ ਉੱਥੋਂ ਦਾ ਉਹ ਰਾਜਾ ਸੀ। ਤੇ ਸਰਹੰਦ ਦੇ 52 ਪਰਗਣਿਆਂ 'ਚ ਕਪੂਰੇ ਦਾ ਪਰਗਣਾ ਵੀ ਆਉਂਦਾ ਸੀ, ਯਾਨੀ ਕਪੂਰੇ ਦਾ ਜਿੰਨਾ ਟੈਕਸ ਸੀਗਾ ਉਹ ਸਰਹੰਦ ਹੀ ਉਤਾਰਿਆ ਜਾਂਦਾ ਸੀ। ਕਪੂਰਾ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਜੰਗ ਤੋਂ ਲਗਭਗ 1.5-2 ਮਹੀਨੇ ਬਾਅਦ ਸਰਹੰਦ ਮਾਮਲਾ ਦੇਣ ਆਇਆ ਸੀਗਾ। ਹਾਂਜੀ, ਉਨ ਕਹਿ ਦਿਓ ਐਸ ਵਿਚਾਰ। ਉਹਨੇ ਆ ਕੇ ਪੁੱਛਿਆ ਖਾਨ ਬਹਾਦਰ ਵਜ਼ੀਰ ਖਾਨ ਸੂਬਾ ਨੂੰ ਕਿ ਸੂਬਾ ਜੀ ਤੁਹਾਡਾ ਚਿਹਰਾ ਬੜਾ ਉਤਰਿਆ ਹੋਇਆ, ਤੁਸੀਂ ਬੜੇ ਰਾਜੀ ਹੁੰਦੇ ਸੀ, ਤਗੜੇ ਹੁੰਦੇ ਸੀ, ਤੇ ਹੁਣ ਤੁਸੀਂ ਅੱਧੇ ਵੀ ਨਹੀਂ ਰਹਿ ਗਏ। ਕੀ ਬਿਮਾਰੀ ਲੱਗ ਗਈ ਤੁਹਾਨੂੰ, ਕੀ ਤਕਲੀਫ ਹੈ? ਵਜ਼ੀਰ ਖਾਨ ਕਹਿਣ ਲੱਗਾ ਕਪੂਰਿਆ ਕੀ ਦੱਸਾਂ, ਮੇਰੇ ਜਿੰਨਾ ਤਾਂ ਦੁਖੀ ਕੋਈ ਨਹੀਂ, ਮੈਂ ਤਾਂ ਬਹੁਤ ਪਰੇਸ਼ਾਨ ਹਾਂ, ਮੈਨੂੰ ਤਾਂ ਨਾ ਦਿਨੇ ਚੈਨ ਹੈ ਨਾ ਰਾਤ ਨੂੰ। ਕਪੂਰਾ ਕਹਿਣ ਲੱਗਾ ਗੱਲ ਵੀ ਦੱਸੋ ਕੀ ਹੈ? ਉਹ ਕਹਿੰਦਾ ਕੋਈ ਨੀਲੇ ਬਾਣੇ ਵਾਲੇ ਆਉਂਦੇ, ਵੱਡੇ ਵੱਡੇ ਦੁਮਾਲਿਆਂ ਵਾਲੇ ਆ ਕੇ ਸੋਟੇ ਮਾਰਦੇ ਆ, ਜਦੋਂ ਸੌਣ ਲੱਗਾ ਉਠਾ ਦਿੰਦੇ ਆ, ਨੀਂਦ ਨਹੀਂ ਆਉਣ ਦਿੰਦੇ, ਰੋਟੀ ਖਾਣਾ ਦੇ ਅੰਦਰ ਰੋਟੀ ਨਹੀਂ ਲੰਘਣ ਦਿੰਦੇ, ਗਲ ਵਿੱਚ ਅੜਾ ਦਿੰਦੇ ਆ, ਨਾ ਮੇਰੇ ਅੰਦਰ ਰੋਟੀ ਲੰਘਦੀ ਹੈ ਨਾ ਮੈਨੂੰ ਨੀਂਦ ਆਉਂਦੀ ਹੈ, ਤੇ ਮੈਂ ਕੁੱਲ ਦੁਨੀਆ ਦੇ ਇਲਾਜ ਕਰਾ ਬੈਠਾ। ਕੁੱਲ ਮੈਂ ਸਿਆਣੇ ਸੱਦ ਕੇ ਜਿਹੜੇ ਇਹ ਵਿਦਿਆ ਜਾਣਦੇ ਆ, ਭੂਤਾਂ ਪ੍ਰੇਤਾਂ ਦੀ ਵਿਦਿਆ, ਉਹ ਸਾਧ ਸੰਗਤ ਜਿਹੜੇ ਭੂਤਾਂ ਪ੍ਰੇਤਾਂ ਦੀ ਵਿਦਿਆ ਨਾ ਉਹ ਥੱਲੇ ਦੀ ਖੇਡ ਹੈ। ਜਿਹੜੀ ਸ਼ਹੀਦਾਂ ਦੀ ਖੇਡ ਹੈ ਉਹ 3 ਗੁਣਾ ਤੋਂ ਪਰੇ ਦੀ ਖੇਡ ਹੈ। ਉਹ ਵਿਚਾਰੇ ਭੂਤਾਂ ਪ੍ਰੇਤਾਂ ਨੂੰ ਤਾਂ ਵਸ ਕਰ ਲੈਂਦੇ ਹੋਣਗੇ, ਪਰ ਸ਼ਹੀਦਾਂ ਨੂੰ ਕੌਣ ਵਸ ਕਰੇ? ਉਹ ਤਾਂ ਅਕਾਲ ਪੁਰਖ ਦੀਆਂ ਗੰਮੀ ਸ਼ਕਤੀਆਂ ਹਨ। ਸੋ ਇਸ ਕਰਕੇ ਸ਼ਹੀਦੀ ਫੌਜ ਦੇ ਸਾਹਮਣੇ ਕਹਿੰਦਾ ਕਿਸੇ ਸਿਆਣੇ ਦਾ ਵਸ ਨਹੀਂ ਚੱਲਿਆ। ਤਾਂ ਕਪੂਰੇ ਨੂੰ ਜਦੋਂ ਆਪਣਾ ਰੋ ਰੋ ਕੇ ਹਾਲ ਸੂਬੇ ਨੇ ਦੱਸਿਆ, ਦੋਹਰਾ 3 ਤੁਰਕਨ ਕੋ ਯੋ ਕਹਿਓ ਯਾ ਕੋ ਸੁਨੋ ਉਪਾਏ। ਕਪੂਰਾ ਭਾਵੇਂ ਤੁਰਕਾਂ ਦਾ ਪੱਖੀ ਵੀ ਸੀ, ਪਰ ਅੰਦਰੋਂ ਗੁਰੂ ਘਰ ਦਾ ਸ਼ਰਧਾਲੂ ਸੀ। ਉੱਪਰੋਂ ਸਰਕਾਰ ਨਾਲ ਬਣਾ ਕੇ ਰੱਖਣੀ ਪੈਂਦੀ ਸੀ ਉਹਨੂੰ, ਵਿੱਚੋਂ ਦਸਵੇਂ ਪਾਤਸ਼ਾਹ ਜੀ ਦੀ ਸ਼ਕਤੀ ਨੂੰ ਜਾਣਦਾ ਵੀ ਸੀਗਾ। ਦੋਵੇਂ ਪਾਸੇ ਕਪੂਰੇ ਦੀ ਬਿਰਤੀ ਹੁੰਦੀ ਸੀ। ਸੋ ਕਪੂਰੇ ਨੇ ਫਿਰ ਸਾਧ ਸੰਗਤ ਜੀ ਸੂਬੇ ਨੂੰ ਦੱਸਿਆ, ਸਾਰੇ ਤੁਰਕਾਂ ਨੂੰ ਦੱਸਿਆ, ਤੁਹਾਨੂੰ ਮੈਂ ਇਹਦਾ ਇੱਕ ਹੀਲਾ ਦੱਸ ਦੇਣਾ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ। ਹਾਂਜੀ, ਜਿਹ ਜਾਗਾ ਗੁਰ ਸੁਤ ਬੱਧੇ ਤਹ ਜਾਗਾ ਦੇਹੋ ਬਣਾਏ। ਕਪੂਰੇ ਨੇ ਆਖਿਆ ਖਾਨ ਸਾਹਿਬ ਜੀ ਜਿਹੜੀ ਥਾਂ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ ਉਹ ਜਗ੍ਹਾ ਪੱਕੀ ਬਣਵਾ ਦਿਓ,
ਉਸ ਜਗ੍ਹਾ ਤੇ ਸਾਹਿਬਜ਼ਾਦਿਆਂ ਦੀ ਯਾਦਗਾਰ ਵਿੱਚ ਕੋਈ ਥੜਾ ਬਣਾ ਦਿਓ, ਆਲੇ ਦੁਆਲੇ ਫਰਸ਼ ਪਵਾ ਦਿਓ ਤੇ ਉੱਥੇ ਜੁੱਤੀ ਪਾ ਕੇ ਜਾਣ ਤੇ ਪਾਬੰਦੀ ਲਾ ਦਿਓ। ਉਹਨਾਂ ਦੀ ਯਾਦਗਾਰ ਵਿੱਚ ਉੱਥੇ ਦੀਵਾ ਬਾਲ ਕੇ, ਜੋਤ ਬਾਲ ਕੇ ਉੱਥੇ ਸਾਰੇ ਮੱਥਾ ਟੇਕਿਆ ਕਰੋ, ਤਾਂ ਤੁਹਾਡੀ ਜਾਨ ਬਚੇਗੀ। ਜਾਓ ਪਈ ਨਿਸਾ ਪਰਤ ਨਿਤ ਦੀਪ ਬਲਵਾਇਓ। ਰੋਜ਼ ਸ਼ਾਮ ਨੂੰ ਦੀਵਾ ਬਾਲਿਆ ਕਰੋ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਔਰ ਦੀਵਾ ਵੀ ਦੇਸੀ ਘਿਓ ਦਾ ਬਾਲਿਆ ਕਰੋ। ਸਾਧ ਸੰਗਤ ਜੀ, ਵੱਖੋ ਵੱਖ ਹੁੰਦੇ ਸ਼ਹੀਦਾਂ ਸਿੰਘਾਂ ਦੀ ਜਿਹੜੀ ਜੋਤ ਦੇਸੀ ਘਿਓ ਦੀ ਹੁੰਦੀ ਹੈ। ਬਾਕੀਆਂ ਦੇ ਕੋਈ ਸਰੋਂ ਦੇ ਚਿਰਾਗ ਬਾਲਦਾ, ਕੋਈ ਕੁਛ ਬਾਲਦਾ। ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਦੀ ਜੋ ਮਰਜ਼ਾਦਾ, ਅਜੇ ਵੀ ਫਤਿਹਗੜ੍ਹ ਸਾਹਿਬ ਜਾ ਕੇ ਦੇਖੋ, ਅਖੰਡ ਜੋਤ ਸ਼ਹੀਦਾਂ ਸਿੰਘਾਂ ਦੀ ਬਲ ਰਹੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀ। ਸੋ ਭਾਵੇਂ ਕਈ ਆ ਤਰਕ ਵਿਤਰਕ ਕਰਨ ਵਾਲੇ ਕਹਿੰਦੇ ਫਿਰਦੇ ਆ ਜੀ ਜੋਤਾਂ ਬੰਦ ਕਰਾਓ, ਪਰ ਉੱਥੇ ਨਹੀਂ ਜਾ ਕੇ ਬੋਲ ਸਕਦੇ। ਉੱਥੇ ਉਹਨਾਂ ਦੀਆਂ ਆਪਣੀਆਂ ਹੀ ਬੰਦ ਹੋ ਜਾਂਦੀਆਂ ਜਿਹੜੇ ਉੱਥੇ ਬੰਦ ਕਰਾਉਣੀਆਂ ਚਾਹੁੰਦੇ, ਕਿਉਂਕਿ ਸ਼ਹੀਦਾਂ ਸਿੰਘਾਂ ਦਾ ਪ੍ਰਤੱਖ ਪਹਿਰਾ ਹੈ। ਸੋ ਸੂਬੇ ਨੂੰ ਕਪੂਰ ਸਿੰਘ ਕਹਿੰਦਾ ਵੀ ਗੁਰੂ ਕੇ ਸਾਹਿਬਜ਼ਾਦੇ ਜਿੱਥੇ ਸ਼ਹੀਦ ਕੀਤੇ ਉੱਥੇ ਇੱਕ ਥੜਾ ਬਣਵਾ ਦੇ। ਉਹ ਥੜੇ ਦੇ ਉੱਤੇ ਕੋਈ ਜੁੱਤੀ ਲੈ ਕੇ ਨਾ ਚੜੇ, ਉੱਥੋਂ ਕੋਈ ਲੰਘੇ ਨਾ, ਕੋਈ ਬੇਅਦਬੀ ਨਾ ਕਰੇ, ਨੇੜੇ ਤੇੜੇ ਕੋਈ ਪਿਸ਼ਾਬ ਮਲ ਮੂਤਰ ਕਰਕੇ ਨਾ ਲੰਘੇ। ਔਰ ਉੱਥੇ ਸ਼ਾਮ ਨੂੰ ਰੋਜ਼ ਦੀਵਾ ਬਾਲਣਾ ਜ਼ਰੂਰੀ ਦੇਸੀ ਘਿਓ ਦਾ। ਹਾਂਜੀ, ਗੁਰ ਜਾਗਾ ਕਹਿ ਕੜਾਹੋ ਕਰਾਇਓ। ਉੱਥੇ ਗੁਰੂ ਦੀ ਦੇਗ ਕੜਾਹ ਪ੍ਰਸ਼ਾਦ ਸੰਗਤਾਂ ਚੜਾਉਣ, ਤੁਸੀਂ ਉਹਨੂੰ ਰੋਕਣਾ ਨਹੀਂ, ਬਲਕਿ ਆਪ ਵੀ ਚੜਾਉਣੀ ਹੈ। ਆਪਣੇ ਵੱਲੋਂ ਵੀ ਉਸ ਸਥਾਨ ਦੀ ਪੂਜਾ ਕਰਨੀ ਹੈ। ਮੰਦੋ ਗੰਦੋ ਕੋ ਊਹਾ ਨਾ ਜਾਇਓ। ਬਿਨਾਂ ਨਹਾਤੇ ਧੋਤੇ, ਬਿਨਾਂ ਇਸ਼ਨਾਨ ਕੀਤੇ, ਮੰਦਾ ਗੰਦਾ ਸਰੀਰ, ਮੈਲਾ ਕੱਪੜਾ ਪਾ ਕੇ ਜਾਂ ਮੈਲੀ ਕਿਰਿਆ ਲੈ ਕੇ ਉੱਥੇ ਨਹੀਂ ਜਾਣਾ। ਜਿਹਨੇ ਵੀ ਜਾਣਾ ਹੈ ਸ਼ਹੀਦੀ ਸਥਾਨ ਤੇ ਕੇਸੀ ਇਸ਼ਨਾਨ ਕਰਕੇ ਸਾਫ ਸੁਥਰੇ ਬਸਤਰ ਪਾ ਕੇ ਅਦਬ ਨਾਲ ਜਾਣਾ ਹੈ। ਝਾੜੂ ਦੇ ਸੁਧ ਠੌਰ ਰਖਾਇਓ। ਔਰ ਝਾੜੂ 2 ਟਾਈਮ ਗੁਰਦੁਆਰੇ ਫਤਿਹਗੜ੍ਹ ਸਾਹਿਬ ਵਾਲੀ ਜਿਹੜੀ ਧਰਤੀ ਹੈ, ਕਪੂਰ ਸਿੰਘ ਕਹਿੰਦਾ ਉੱਥੇ ਸ਼ਹੀਦਾਂ ਦੀ ਜਗ੍ਹਾ ਤੇ ਝਾੜੂ ਵੀ ਮਾਰ ਕੇ ਸਫਾਈ ਰੱਖਣੀ ਹੈ। ਹਾਂਜੀ, ਸੁਖਨੋ ਸੁਖੈ ਤਿਸੈ ਬਰ ਆਵੈ। ਔਰ ਸੁਖਣਾ ਜਿਹੜੀ ਉੱਥੇ ਸੁਖੇਗਾ ਉਹਦੀ ਸੁਖਣਾ ਪੂਰੀ ਹੋਵੇਗੀ, ਉੱਥੇ ਕੀਤੀ ਅਰਦਾਸ ਪੂਰੀ ਹੋਵੇਗੀ। ਕਰੇ ਤਗਾਫਲੀ ਸੋ ਪਛਤਾਵੈ। ਜੇ ਕੋਈ ਗਾਫਲੀ ਕਰੇਗਾ, ਬੇਅਦਬੀ ਕਰੇਗਾ, ਉਹ ਪਛਤਾਵੇਗਾ। ਜਿਹੜਾ ਸੁਖਣਾ ਸੁਖੇਗਾ, ਅਦਬ ਰੱਖੇਗਾ, ਦੇਗ ਚੜਾਵੇਗਾ, ਉਹ ਸੁਖ ਪਾਵੇਗਾ। ਏਕ ਸਿੱਖ ਤਹ ਦੇਹੋ ਬਹਾਏ। ਇੱਕ ਸਿੰਘ ਉੱਥੇ ਗੁਰੂ ਕਾ ਸਿੱਖ ਕੋਈ ਹੋਵੇ ਉੱਥੇ ਪੱਕਾ ਬਿਠਾ ਦਿਓ। ਸੂਬੇ ਨੂੰ ਕਪੂਰਾ ਕਹਿ ਰਿਹਾ, ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਸਿੱਖ ਹੋਵੇ, ਜਿਹੜਾ ਉਹ ਮਰਿਆਦਾ ਨੂੰ ਜਾਣਦਾ ਹੋਵੇ, ਉਹਨੂੰ ਉੱਥੇ ਪਹਿਰਾ ਦਿਓ ਤਾਂ ਕਿ ਉਹ ਝਾੜੂ ਦੀਪ ਦੀ ਸੇਵਾ ਕਰਦਾ ਰਵੇ। ਸੋ ਲੇਵਗ ਸਭ ਬਿਦ ਬਣਵਾਏ। ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਪਤਾ ਹੋਏਗਾ ਵੀ ਗੁਰੂ ਘਰ ਦੀ ਮਰਜ਼ਾਦਾ ਕੀ ਹੈ, ਉਹ ਆਪੇ ਹੀ ਤੁਹਾਨੂੰ ਦੱਸ ਕੇ ਕਰਵਾ ਲਵੇਗਾ ਸਾਰਾ ਕੁਝ। ਵਜੀਰੈ ਮਨਜੂਰ ਸਭ ਕਰ ਲਈ। ਸੋ ਸੂਬੇ ਵਜ਼ੀਰ ਖਾਨ ਨੇ ਜਿਹਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ, ਉਹਨੇ ਹੀ ਸਾਹਿਬਜ਼ਾਦਿਆਂ ਦੀ ਯਾਦਗਾਰ ਵਿੱਚ ਛੋਟਾ ਜਿਹਾ ਥੜਾ ਨਿੱਕੀਆਂ ਇੱਟਾਂ ਦਾ ਤਿਆਰ ਕਰਵਾਇਆ। ਸਾਧ ਸੰਗਤ ਜੀ, ਕਦੀ ਤੁਸੀਂ ਫਤਿਹਗੜ੍ਹ ਸਾਹਿਬ ਜਾਓ, ਫਤਿਹਗੜ੍ਹ ਸਾਹਿਬ ਥੱਲੇ ਭੌਰਾ ਸਾਹਿਬ ਹੈ, ਭੌਰੇ ਦੇ ਵਿੱਚ ਇੱਕ ਸੁਨਹਿਰੀ ਪਾਲਕੀ ਹੈ। ਉਹ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹ ਉਹ ਜਗ੍ਹਾ ਹੈ ਜਿੱਥੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ। ਉਸ ਪਾਲਕੀ ਦੇ ਸਾਹਮਣੇ ਇੱਕ ਥੜਾ ਬਣਿਆ ਹੋਇਆ ਹੈ, ਲਗਭਗ 2 ਫੁੱਟ ਉੱਚਾ ਹੋਵੇਗਾ, ਉਹ 2.5 ਫੁੱਟ ਥੜਾ ਐਡਾ ਸਾਰਾ ਹੈ, ਔਰ 2 ਫੁੱਟ ਦੀ ਚੌੜਾਈ ਹੈ, 2 ਫੁੱਟ ਹੀ ਉਹਦੀ ਲੰਬਾਈ ਹੈ, ਚੌਰਸ ਥੜਾ ਹੈ। ਉਹ ਪਾਲਕੀ ਦੇ ਥੜੇ ਨਾਲੋਂ ਵੱਖਰਾ ਨਜ਼ਰ ਆਉਂਦਾ ਹੈ। ਉਹਦੇ ਉੱਤੇ ਕੁਝ ਸ਼ਸਤਰ ਜਾਂ ਕੁਝ ਗਮਲੇ ਰੱਖੇ ਹੁੰਦੇ ਹਨ। ਉਹ ਥੜਾ ਅਸਲ ਉਹ ਥੜਾ ਹੈ ਜਿਹੜਾ ਸੂਬੇ ਨੇ ਯਾਦਗਾਰ ਵਜੋਂ ਉੱਥੇ ਬਣਵਾਇਆ ਸੀ। ਜਦੋਂ ਬਾਅਦ ਵਿੱਚ ਵੀ ਪੰਥ ਕਈ ਵਾਰੀ ਗੁਰਦੁਆਰਾ ਬਣਿਆ ਢਾਇਆ, ਪਰ ਉਹ ਥੜੇ ਨੂੰ ਨਹੀਂ ਛੇੜਿਆ। ਉਹ ਥੜਾ ਅਜੇ ਤੱਕ ਉਸੇ ਤਰ੍ਹਾਂ ਕਾਇਮ ਹੈ। ਭੌਰਾ ਸਾਹਿਬ ਦੇ ਅੰਦਰ ਤੁਸੀਂ ਜਾਓਗੇ, ਚਾਰੇ ਪਾਸੇ ਉਹਦੇ ਦਰਸ਼ਨ ਹੁੰਦੇ ਹਨ। ਪਾਲਕੀ ਦੇ ਸਾਹਮਣੇ ਹੈ ਥੱਲੇ। ਸੋ ਸਾਧ ਸੰਗਤ ਜੀ, ਉਹ ਥੜਾ ਸੂਬੇ ਨੇ ਬਣਵਾ ਕੇ ਸਾਹਿਬਜ਼ਾਦਿਆਂ ਦੀ ਯਾਦ ਕਾਇਮ ਕੀਤੀ ਹੈ। ਆਪਣੇ ਦੁੱਖ ਤੇ ਦੇਰ ਨਾ ਕਈ। ਆਪਣੇ ਦੁੱਖ ਤੋਂ ਕਹਿੰਦੇ ਗਊ ਭਨਾਵੇ ਜਿਉਂ, ਸਿਆਣਿਆਂ ਦੀ ਕਹਾਵਤ ਹੈ। ਜਦੋਂ ਬੰਦੇ ਨੂੰ ਆਪ ਨੂੰ ਦੁੱਖ ਹੋਵੇ ਉਦੋਂ ਸਾਰੇ ਕੰਮ ਕਰ ਲੈਂਦਾ। ਉਹਨੂੰ ਦੇਰ ਨਹੀਂ ਲੱਗੀ, ਸੇਵਾ ਕਰਾਉਣ ਲੱਗਿਆ ਉਹਨੇ ਫਟਾਫਟ ਗੁਰਦੁਆਰਾ ਸਾਹਿਬ ਜੀ ਦੀ
ਪਹਿਲੀ ਜਿਹੜੀ ਯਾਦਗਾਰ ਹੈ ਫਤਿਹਗੜ੍ਹ ਸਾਹਿਬ ਦੀ, ਉਹ ਥੜਾ ਤਿਆਰ ਕਰਵਾ ਦਿੱਤਾ। ਦੀਨੋ ਖਰਚ ਚਬੂਤਰੈ ਲਾਏ, ਚਬੂਤਰਾ ਬਣਾ ਦਿੱਤਾ। 4 ਕੋਨਾ ਨੂੰ ਚਬੂਤਰਾ ਕਹਿੰਦੇ। ਉਹ ਖਰਚਾ ਦੇ ਕੇ ਐਸੋ ਦਇਓ ਉਨ ਬੂਡਨ ਬਤਾਏ। ਜਿਵੇਂ ਉਹਨਾਂ ਸਿਆਣਿਆਂ ਨੇ ਉਹ ਕਪੂਰੇ ਨੇ ਦੱਸਿਆ ਸੀਗਾ, ਉਸੇ ਤਰ੍ਹਾਂ ਹੀ ਵਜ਼ੀਰ ਖਾਨ ਨੇ ਥੜਾ ਬਣਵਾ ਦਿੱਤਾ ਸੀ। ਹੁਣ ਜਦੋਂ ਖਾਲਸਾ ਪੰਥ ਲਗਭਗ 60 ਸਾਲ ਬਾਅਦ ਸਰਹੰਦ ਵਿੱਚ ਵੜਿਆ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ 60-65 ਸਾਲ ਹੋ ਗਏ ਨੇ, ਉਸ ਵੇਲੇ ਦੇ ਬਜ਼ੁਰਗਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੂੰ ਫਿਰ ਉਹ ਸਾਰੀ ਕਹਾਣੀ ਸੁਣਾਈ ਹੈ ਕਿ ਇਸ ਤਰ੍ਹਾਂ ਇਹ ਇੱਕ ਵਾਰੀ ਥੜਾ ਜਿਹੜਾ ਸੀ ਸੂਬੇ ਨੇ ਬਣਵਾਇਆ ਸੀ। ਬਾਅਦ 'ਚ ਬਾਬੇ ਬੰਦੇ ਬਹਾਦਰ ਨੇ ਵੀ ਇਹਦੀ ਸੇਵਾ ਕਰਾਈ ਸੀ, ਤੇ ਬਾਅਦ 'ਚ ਫਿਰ ਮੁਗਲਾਂ ਦਾ ਰਾਜ ਆ ਗਿਆ, ਉਹਨਾਂ ਨੇ ਫਿਰ ਇੱਥੇ ਸਿੱਖਾਂ ਦਾ ਟਿਕਾਣਾ ਨਾ ਰਹਿਣ ਦਿੱਤਾ। ਪਰ ਇਹ ਜਗ੍ਹਾ ਜਿਹੜੀ ਹੈ ਉਦਾਂ ਹੀ ਕਾਇਮ ਹੈ। ਯੋ ਸੁਨ ਖਾਲਸਾ ਕਰੀ ਸਲਾਹੇ। ਇਹ ਸੁਣ ਕੇ ਫਿਰ ਖਾਲਸੇ ਪੰਥ ਨੇ ਸਲਾਹ ਕੀਤੀ, ਇਹਾਂ ਦਰਬਾਰ ਦਇਓ ਖੂਬ ਬਣਾਏ। ਇੱਥੇ ਸੋਹਣਾ ਜਿਹਾ ਇੱਕ ਗੁਰਦੁਆਰਾ ਬਣਨਾ ਚਾਹੀਦਾ। ਹੁਣ ਸਿੰਘਾਂ ਦਾ ਰਾਜ ਹੈ, ਕਿਲ੍ਹਾ ਢਾਹ ਦਿੱਤਾ, ਹੁਣ ਤੁਰਕ ਇੱਥੇ ਆਉਣਗੇ ਹੀ ਨਹੀਂ। ਅੱਗੇ ਤਾਂ ਸਿੰਘ ਚਲੇ ਜਾਂਦੇ ਸੀ, ਤੁਰਕ ਕਬਜ਼ਾ ਕਰ ਲੈਂਦੇ ਸੀ, ਕਿਲ੍ਹਾ ਵੇਖ ਕੇ ਵੜ ਜਾਂਦੇ ਸੀ। ਬੰਦੇ ਬਹਾਦਰ ਨੇ ਕਿਲ੍ਹਾ ਨਹੀਂ ਸੀ ਢਾਇਆ। ਹੁਣ ਸਿੰਘਾਂ ਨੇ ਕਿਲ੍ਹਾ ਵੀ ਢਾਹ ਦਿੱਤਾ, ਵੀ ਨਾਮ ਹੀ ਨਾ ਰਹੇਗਾ, ਨਿਸ਼ਾਨੀ ਨਹੀਂ ਰਹੇਗੀ ਕਿੱਥੇ ਆ ਕੇ ਬੈਠਣਗੇ ਤੁਰਕ। ਸਫਾ ਕਰ ਦਿੱਤੇ ਸਾਰੇ ਕਿਲ੍ਹੇ ਢਾਹ ਕੇ ਸਰਹੰਦ ਦੇ, ਤੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਾਉਣ ਦੀ ਤਜਵੀਜ਼ ਰੱਖੀ ਹੈ। ਝੰਡੇ ਗੱਡੋ ਔਨਗਾਰੋ ਧਰਾਓ। ਕਹਿੰਦੇ ਇੱਥੇ ਝੰਡਾ ਸਾਹਿਬ ਨਿਸ਼ਾਨ ਸਾਹਿਬ ਗੱਡ ਦਿਓ ਤੇ ਨਗਾਰਾ ਰੱਖ ਦਿਓ। ਜਿੱਥੇ ਨਿਸ਼ਾਨ ਤੇ ਨਗਾਰਾ ਉੱਥੇ ਬਣਦਾ ਗੁਰਦੁਆਰਾ। ਇਹ ਸਾਧ ਸੰਗਤ ਦੀ ਪੁਰਾਤਨ ਮਰਿਆਦਾ ਹੈ ਨਿਸ਼ਾਨ ਸਾਹਿਬ ਦੀ ਤੇ ਨਗਾਰੇ ਦੀ। ਨਗਾਰਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਨਿਸ਼ਾਨ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਨਗਾਰਾ ਵੀ ਉੱਥੇ ਰੱਖਿਆ ਗਿਆ। ਬਹਾਏ ਸਿੰਘ ਇਹਾਂ ਪੂਜ ਲਗਾਓ। ਇੱਥੇ ਕੋਈ ਸਿੰਘ ਸੇਵਾ ਦੇ ਉੱਤੇ, ਪਹਿਰੇ ਦੇ ਉੱਤੇ ਬਿਠਾ ਦਿਓ, ਜਿਹੜਾ ਗੁਰਦੁਆਰੇ ਦੀ ਸੇਵਾ ਕਰੇ, ਤੇ ਇਹਨੂੰ ਜਗੀਰ ਵੀ ਲਾ ਦਿਓ। ਪੂਜਾ ਗੁਰਦੁਆਰਾ ਬਣਾ ਕੇ ਉਹਨੂੰ ਖਰਚਾ ਵੀ ਚਾਹੀਦਾ। ਆਏ ਗਏ ਲੰਗਰਵਾਸ ਸਿੰਘਾਂ ਦੇ ਲੰਗਰ ਦਾ, ਸਾਧੂ ਸੰਗਤ ਦਾ ਪ੍ਰਬੰਧ ਹੋਵੇ, ਜੋੜ ਮੇਲਾ ਵੀ ਸਾਲ ਪਿੱਛੋਂ ਲੱਗਿਆ ਕਰੇ ਸ਼ਹੀਦਾਂ ਦਾ, ਤੇ ਇੱਥੇ ਗੁਰੂ ਕੇ ਲੰਗਰ ਵਰਤਿਆ ਕਰਨ। ਹਾਂਜੀ, ਪ੍ਰਾਤ ਹੋਤ ਪੰਥ ਆਇਓ ਸਾਰੋ। ਸੋ ਇਹ ਸਲਾਹ ਕਰਕੇ ਅਗਲੇ ਦਿਨ ਸਾਰਾ ਹੀ ਪੰਥ ਖਾਲਸਾ, ਜਿੰਨਾ ਵੀ ਬੁੱਢਾ ਦਲ, ਤਰਨਾ ਦਲ, ਜਿੰਨੀਆਂ ਜਥੇਬੰਦੀਆਂ ਮਿਸਲਾਂ ਸਨ, ਸਾਰੀਆਂ ਹੀ ਫਤਿਹਗੜ੍ਹ ਸਾਹਿਬ ਦੇ ਪ੍ਰਾਂਗਣ ਵਿੱਚ ਇਕੱਠੀਆਂ ਹੋ ਗਈਆਂ। ਕਿਉ ਉਮੇ ਜਿਮ ਰਾਤ ਉਚਾਰੋ। ਜਿਵੇਂ ਰਾਤੀ ਸਿੰਘਾਂ ਨੇ ਗੁਰਮਤਾ ਸੋਧਿਆ ਸੀਗਾ, ਉਹਦੇ ਮੁਤਾਬਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨੀਂਹ ਪੱਥਰ ਰੱਖ ਦਿੱਤੀ ਗਈ। ਦੋਹਰਾ ਪ੍ਰਾਤ ਹੋਤ ਪੰਥ ਆਏ ਸਭ, ਲਾਇਓ ਉਹਾਂ ਦੀਵਾਨ। ਸਾਰਾ ਪੰਥ ਆ ਗਿਆ। ਬਾਬਾ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸ਼ੂਕਰ ਚੱਕੀਆ, ਜੈ ਸਿੰਘ ਕਨਈਆ, ਹਰੀ ਸਿੰਘ ਭੰਗੀ, ਕਰਮ ਸਿੰਘ ਨਕਈ, ਬਾਕੀ ਤਾਰਾ ਸਿੰਘ ਡੱਲੇਵਾਲੀਆ, ਸਾਰੀਆਂ ਮਿਸਲਾਂ ਸਿੰਘ ਸਾਰੇ ਆ ਕੇ ਫਤਿਹਗੜ੍ਹ ਸਾਹਿਬ ਦੇ ਵਿਹੜੇ 'ਚ ਬੈਠ ਕੇ ਦੀਵਾਨ ਸੱਜ ਗਿਆ। ਬਨਵਾਏ ਥੜੋ ਚੌਕੀ ਧਰੀ, ਉੱਪਰ ਚੰਦੋਵੋ ਤਾਨ। ਸਿੰਘਾਂ ਨੇ ਥੜਾ ਬਣਾਇਆ ਸ਼ਹੀਦੀ ਅਸਥਾਨ ਦੇ ਉੱਤੇ, ਉਹਦੇ ਉੱਤੇ ਸੁੰਦਰ ਚੌਕੀ ਰੱਖੀ ਤੇ ਚੌਕੀ ਦੇ ਉੱਤੇ ਚੰਦੋਆ ਤਾਣ ਦਿੱਤਾ। ਚਾਉ ਪਈ ਚੌਕੀ ਤੋ ਤੁਰਤ ਤਖਤ ਬਣਾਇਆ। ਚੌਕੀ ਦਾ ਸੋਹਣਾ ਤਖਤ ਬਣਾਇਆ, ਵਧੀਆ ਸੁੰਦਰ। ਸਾਥ ਰੁਮਾਲਨ ਖੂਬ ਟਕਾਇਆ। ਉਹਦੇ ਉੱਤੇ ਸੋਹਣੇ ਰੁਮਾਲ, ਵਧੀਆ ਬਸਤਰ ਪਾ ਕੇ ਉਹਨੂੰ ਢੱਕ ਦਿੱਤਾ। 5 ਸ਼ਸਤਰ ਉੱਪਰ ਧਰੇ ਆਨ। 5 ਸ਼ਸਤਰ ਉਹਦੇ ਉੱਤੇ ਰੱਖ ਦਿੱਤੇ। ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਰੂਪ ਬਹੁਤ ਘੱਟ ਹੁੰਦੇ ਸਨ। ਇੱਕ ਤਾਂ ਇਹ ਕਾਰਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤ ਘੱਟ ਮਿਲਦੇ, ਹੱਥ ਨਾਲ ਲਿਖਣੇ ਪੈਂਦੇ ਸਨ। ਦੂਸਰਾ ਇਹ ਸੀ ਵੀ ਕਿਤੇ ਸਿੰਘ ਨਾ ਰਹਿਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਭਾਲ ਨਹੀਂ ਹੋ ਸਕਦੀ। ਇਸ ਕਰਕੇ ਗੁਰਦੁਆਰਿਆਂ ਦੇ ਵਿੱਚ, ਸ਼ਹੀਦੀ ਅਸਥਾਨਾਂ ਤੇ ਬਹੁਤ ਗੁਰਦੁਆਰਿਆਂ 'ਚ ਸ਼ਸਤਰ ਹੀ ਰੱਖੇ ਹੁੰਦੇ ਸਨ, ਕਿਉਂਕਿ ਸ਼ਸਤਰ ਵੀ ਗੁਰੂ ਦਾ ਰੂਪ ਮੰਨੇ ਜਾਂਦੇ। ਯਹ ਹਮਾਰੇ ਪੀਰ। ਸੋ ਸਿੰਘਾਂ ਨੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਾ ਕੇ, ਮਹਾਰਾਜ ਦੇ ਸ਼ਹੀਦਾਂ ਦਾ ਤਖਤ ਪੋਸ਼ ਬਣਾ ਕੇ
ਉਹਦੇ ਉੱਤੇ ਸ਼ਸਤਰ 5 ਰੱਖੇ ਹਨ। ਗੁਰ ਸਰੂਪ ਲੈ ਸ਼ਸਤਰ ਮਾਨ, ਗੁਰੂ ਦਾ ਰੂਪ ਸ਼ਸਤਰਾਂ ਨੂੰ ਮੰਨਦੇ ਸਨ, ਸ਼ਸਤਰਾਂ ਦੀ ਪੂਜਾ ਹੁੰਦੀ ਸੀ। ਅਜੇ ਵੀ ਅੰਗੀਠਿਆਂ ਦੇ ਉੱਤੇ ਤਾਂ ਸ਼ਸਤਰ ਹੀ ਹਨ। ਹਜੂਰ ਸਾਹਿਬ ਚਲੇ ਜਾਓ, ਹੋਰ ਵੀ ਸਥਾਨਾਂ ਦੇ ਉੱਤੇ, ਤਖਤਾਂ ਦੇ ਉੱਤੇ ਸ਼ਸਤਰ ਹੀ ਹੁੰਦੇ ਹਨ। ਹਾਂਜੀ, ਗੁਰ ਹਜ਼ੂਰ ਜਿਮ ਸ਼ਸਤਰ ਪੁਜਵਾਏ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਆਪਣੀ ਹਜ਼ੂਰੀ 'ਚ ਸ਼ਸਤਰਾਂ ਦੀ ਪੂਜਾ ਕਰਾਇਆ ਕਰਦੇ ਸਨ। ਮਹਾਰਾਜ ਨੇ ਇਹ ਕੋਈ ਬਾਅਦ ਦੀ ਮਰਿਆਦਾ ਨਹੀਂ ਹੈ, ਇਹ ਆਪਣੀ ਹਜ਼ੂਰ ਦੀ ਮਰਿਆਦਾ ਹੈ ਦਸਵੇਂ ਪਾਤਸ਼ਾਹ ਦੀ। ਇੱਕ ਵਾਰੀ ਜਦੋਂ ਮਹਾਰਾਜ ਕੋਟਕਪੂਰੇ ਪਹੁੰਚੇ ਕਲਗੀਧਰ ਪਾਤਸ਼ਾਹ, ਤੇ ਕਪੂਰਾ ਗੁਰੂ ਸਾਹਿਬ ਦੇ ਦੀਵਾਨ 'ਚ ਮੱਥਾ ਟੇਕਣ ਲਈ ਆਇਆ। ਦੀਵਾਨ ਸਜਿਆ ਹੋਇਆ ਸੀ। ਗੁਰਪ੍ਰਤਾਪ ਸੂਰਜ ਕਥਾ ਭਾਈ ਸੰਤੋਖ ਸਿੰਘ ਨੇ ਲਿਖੀ ਹੈ। ਕਹਿੰਦੇ ਸਜੇ ਦੀਵਾਨ 'ਚ ਦੋ ਤਖਤ ਪੋਸ਼ ਲੱਗੇ ਹੋਏ ਸਨ, ਦੋਵਾਂ ਤੇ ਚੰਦੋਏ ਲੱਗੇ ਹੋਏ ਸਨ। ਇੱਕ ਦੇ ਉੱਤੇ ਗੁਰੂ ਕਲਗੀਧਰ ਜੀ ਬੈਠੇ ਸਨ ਤੇ ਦੂਸਰਾ ਤਖਤ ਪੋਸ਼ ਥੋੜਾ ਉੱਚਾ ਸੀ, ਉਹਦੇ ਤੇ ਮਹਾਰਾਜ ਦੇ ਸ਼ਸਤਰ ਪ੍ਰਕਾਸ਼ ਸਨ। ਸ਼ਸਤਰਾਂ ਉੱਤੇ ਵੀ ਚੌਰ ਹੋ ਰਿਹਾ ਸੀ, ਗੁਰੂ ਸਾਹਿਬ ਤੇ ਵੀ ਚੌਰ ਹੋ ਰਿਹਾ ਸੀ। ਜਿਹੜੇ ਵੀ ਸਿੰਘ ਆ ਰਹੇ ਸਨ ਸ਼ਸਤਰਾਂ ਨੂੰ ਵੀ ਮੱਥਾ ਟੇਕਦੇ ਸਨ ਤੇ ਕਲਗੀਧਰ ਜੀ ਨੂੰ ਵੀ ਮੱਥਾ ਟੇਕਦੇ ਸਨ। ਇਹ ਦੇਖ ਕੇ ਕਪੂਰੇ ਨੂੰ ਸ਼ੰਕਾ ਹੋ ਗਿਆ। ਕਪੂਰੇ ਨੇ ਆਖਿਆ, ਗੁਰੂ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਮੈਨੂੰ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਪੁੱਛੋ ਕਪੂਰ ਸਿੰਘ, ਕੀ ਪੁੱਛਣਾ ਹੈ? ਕਹਿੰਦਾ ਮਹਾਰਾਜ ਪੁੱਛਣਾ ਇਹ ਹੈ ਕਿ ਤੁਸੀਂ ਸਾਡੇ ਗੁਰੂ ਹੋ, ਸਾਡੇ ਪੀਰ ਹੋ, ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ। ਤੁਹਾਡੇ ਸਿਰ ਤੇ ਚੰਦੋਆ ਵੀ ਲੱਗਣਾ ਚਾਹੀਦਾ, ਤੁਹਾਡੇ ਸਿਰ ਤੇ ਚੌਰ ਵੀ ਹੋਣਾ ਚਾਹੀਦਾ, ਪਰ ਇਹ ਲੋਹੇ ਦੇ ਸ਼ਸਤਰ ਨਿਰਜਿੰਦ ਸ਼ਸਤਰ ਹਨ, ਤਲਵਾਰਾਂ ਹਨ, ਬਰਛੇ ਹਨ, ਬੰਦੂਕਾਂ ਹਨ। ਇਹਨਾਂ ਨੂੰ ਮੱਥਾ ਟੇਕਣਾ, ਇਹਨਾਂ ਦੇ ਉੱਤੇ ਚੌਰ ਕਰਨਾ, ਇਹਨਾਂ ਉੱਤੇ ਚੰਦੋਆ ਲਾਣਾ, ਇਹਦਾ ਕਿਆ ਮਤਲਬ ਹੈ? ਸਤਿਗੁਰੂ ਕਹਿਣ ਲੱਗੇ, ਕਪੂਰਿਆ ਤੂੰ ਸਾਨੂੰ ਕਿਉਂ ਮੱਥਾ ਟੇਕਦਾ ਹੈ? ਕਹਿੰਦਾ ਜੀ ਤੁਸੀਂ ਮੇਰੇ ਗੁਰੂ ਪੀਰ ਹੋ। ਮਹਾਰਾਜ ਕਹਿੰਦੇ ਫਿਰ ਆਹ ਸ਼ਸਤਰ ਸਾਡੇ ਗੁਰੂ ਪੀਰ ਹਨ, ਅਸੀਂ ਇਹਨਾਂ ਦਾ ਸਤਿਕਾਰ ਕਰਦੇ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ, ਤੀਰ ਤੁਹੀਂ ਸੈਥੀ ਤੁਹੀਂ ਤਬਰ ਤਲਵਾਰ, ਨਾਮ ਤਿਹਾਰੋ ਜੋਜ ਪੈ ਭਏ ਸਿੰਧ ਭਉ ਪਾਰ, ਕਾਲ ਤੁਹੀਂ ਕਾਲੀ ਤੁਹੀਂ ਤੇਗ ਅਰ ਤੀਰ, ਤੁਹੀਂ ਨਿਸ਼ਾਨੀ ਜੀਤ ਕੀ ਆਜ ਤੁਹੀਂ ਜਗਬੀਰ। ਇਹ ਅਕਾਲ ਪੁਰਖ ਦੀ ਸ਼ਕਤੀ ਪ੍ਰਤੱਖ ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਇਹਦੇ ਤੋਂ ਬਿਨਾਂ ਕੋਈ ਪਾਵਰ ਦੁਨੀਆ ਤੇ ਹੈ ਹੀ ਨਹੀਂ। ਸਭ ਤੋਂ ਵੱਡੀ ਕਰਾਮਾਤ, ਸਭ ਤੋਂ ਵੱਡੀ ਸ਼ਕਤੀ ਇਹ ਸ਼ਸਤਰ ਹੀ ਹਨ। ਇਸ ਕਰਕੇ ਸਤਿਗੁਰੂ ਜੀ ਆਪਣੇ ਦਰਬਾਰ ਵਿੱਚ ਸ਼ਸਤਰਾਂ ਦੀ ਪੂਜਾ ਕਰਾਉਂਦੇ ਸਨ। ਸ੍ਰੀ ਅਕਾਲ ਤਖਤ ਸਾਹਿਬ ਵਿੱਚ ਜਾਓ ਤੁਸੀਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਉੱਚਾ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਹੋਇਆ। ਕੇਸਗੜ੍ਹ ਸਾਹਿਬ ਜਾਓ, ਉੱਥੇ ਵੀ ਸ਼ਸਤਰਾਂ ਦਾ ਪ੍ਰਕਾਸ਼ ਤਖਤ ਦੇ ਉੱਪਰ ਹੈ, ਉੱਚਾ ਹੈ। ਹਜ਼ੂਰ ਸਾਹਿਬ, ਪਟਨਾ ਸਾਹਿਬ, ਸਭ ਜਗ੍ਹਾ ਤੇ ਸ਼ਸਤਰਾਂ ਨੂੰ ਮਹਾਨਤਾ ਕਿਉਂ ਦਿੱਤੀ ਜਾਂਦੀ ਹੈ? ਸ਼ਸਤਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੱਖ ਸ਼ਕਤੀ ਦਾ ਨਾਮ ਹੈ। ਜੋ ਅਸੀਂ ਪੜ੍ਹਦੇ ਹਾਂ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਇਹ ਤਿੰਨ ਗੱਲਾਂ ਅਕਾਲ ਤਖਤ ਦੀ ਮੋਹਰ ਦੇ ਉੱਤੇ ਲਿਖੀਆਂ। ਪੂਜਾ ਅਕਾਲ ਦੀ ਕੀ? ਸ਼ਸਤਰਾਂ ਦੀ ਪੂਜਾ ਹੈ। ਪਰਚਾ ਸ਼ਬਦ ਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨ ਨੂੰ ਪਰਚਾਉਂਦੀ, ਸ਼ਬਦ ਬ੍ਰਹਮ ਨਾਲ ਜੋੜਦਾ ਹੈ। ਤੀਜਾ ਦਰਸ਼ਨ ਖਾਲਸੇ ਦਾ ਕਰਨਾ ਹੈ, ਇਹ ਗੁਰੂ ਦਾ ਰੂਪ ਹੈ। ਇਹ ਸਤਿਗੁਰਾਂ ਨੇ ਜੋ ਸਿਧਾਂਤ ਬਖਸ਼ਿਸ਼ ਕੀਤੇ, ਉਹ ਸਿਧਾਂਤਾਂ ਮੁਤਾਬਕ ਖਾਲਸੇ ਨੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਤਿਆਰ ਕੀਤਾ ਤੇ ਪੰਜਾਂ ਸ਼ਸਤਰਾਂ ਦਾ ਸ਼ਹੀਦੀ ਅਸਥਾਨ ਉੱਤੇ ਪ੍ਰਕਾਸ਼ ਕਰ ਦਿੱਤਾ। ਧੂਪ ਚੰਦਨ ਚਰਚ ਸੁਮਨ ਬਰਸਵਾਏ, ਔਰ ਧੂਪ ਧੁਖਾ ਕੇ, ਚੰਦਨ ਦੀ ਤਿਲਕ ਲਾ ਕੇ, ਚੰਦਨ ਚਰਚ ਕੇ ਫੁੱਲਾਂ ਦੀ ਵਰਖਾ ਕੀਤੀ ਹੈ। ਸੰਖਨ ਕੀ ਧੁਨ ਘੰਟਨ ਕੀ ਕਰ, ਫੂਲਨ ਕੀ ਬਰਖਾ ਬਰਖਾਵੇਂ, ਆਰਤੀ ਕੋਟ ਕਰੇ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇਂ। ਸ਼ਸਤਰਾਂ ਨੂੰ ਨਮਸਕਾਰ ਕੀਤੀ ਹੈ। ਚੌਰ ਮੁਠੋ ਤਹ ਦਇਓ ਕਰਵਾਏ, ਔਰ ਚੌਰ ਰੱਖ ਦਿੱਤਾ ਸ਼ਸਤਰਾਂ ਦੇ ਉੱਤੇ ਕਰਨ ਨੂੰ। ਅੱਜ ਕੱਲ੍ਹ ਤਾਂ ਚੌਰ ਕਰਨ ਨੂੰ ਕਹਿੰਦੇ, ਸ਼ਸਤਰਾਂ ਦੇ ਚੌਰ ਕਿਉਂ ਕਰਦੇ? ਪਰ ਇਹ ਨਵੇਂ ਜੰਮੇ ਜਿਹੜੇ ਸਾਧ ਸੰਗਤ ਜੀ ਸਾਰਾ ਕੁਝ ਹੀ ਬਦਲੀ ਜਾਣਗੇ। ਅਸਲ ਪੁਰਾਤਨ ਮਰਜ਼ਾਦਾ ਤਖਤਾਂ ਤੇ ਜਾ ਕੇ ਦੇਖੋ, ਉੱਥੇ ਸ਼ਸਤਰਾਂ ਨੂੰ ਚੌਰ ਹੁੰਦਾ ਹੈ। ਹਾਂਜੀ, ਇੱਕ ਸਿੰਘ ਬਹਾਲਿਓ ਮੁਖਤਿਆਰ ਠਰਾਏ, ਇੱਕ ਸਿੰਘ ਜਥੇਦਾਰ ਬਣਾ ਕੇ ਮੁਖਤਿਆਰ ਉਸ ਸਥਾਨ ਦਾ ਮਹੰਤ ਬਣਾ ਕੇ ਛੱਡ ਦਿੱਤਾ ਤੇ ਬਾਕੀ ਕੁਝ ਸਿੰਘਾਂ ਨੂੰ ਉਹਦੇ ਮਤਹਿਤ ਸੇਵਾ ਕਰਨ ਦੇ ਲਈ ਲੰਗਰ ਪਾਣੀ ਦੀ
ਅਸਥਾਨ ਦੀ ਝਾੜੂ ਦੀ ਦੀਪ ਦੀ ਸੇਵਾ ਕਰਨ ਲਈ ਲਾ ਦਿੱਤਾ। ਉਸੈ ਸਿੰਘ ਥੋ ਸਤਿਗੁਰ ਜਾਣਿਓ, ਉਹ ਸਿੰਘ ਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ, ਗੁਰੂ ਨੂੰ ਜਾਣਨ ਵਾਲਾ, ਬਾਣੀ ਦੇ ਚ ਰੰਗਿਆ ਹੋਇਆ ਸੀ, ਜਿਹਨੂੰ ਅਸਥਾਨ ਫਤਿਹਗੜ੍ਹ ਸਾਹਿਬ ਦੀ ਸੇਵਾ ਦੀ ਜ਼ਿੰਮੇਵਾਰੀ ਦਿੱਤੀ। ਟਹਿਲ ਕਰੈ ਅਤ ਹੀ ਮਨ ਮਾਨਿਓ, ਉਹ ਬੜੇ ਪ੍ਰੇਮ ਨਾਲ ਟਹਿਲ ਕਰਨ ਲੱਗਾ, ਫਤਿਹਗੜ੍ਹ ਸਾਹਿਬ ਅਸਥਾਨ ਦੀ ਸੇਵਾ ਕਰਨ ਲੱਗਾ। ਬਹੁਤ ਖਾਲਸਾ ਤਹ ਕੜਾਹੂ ਕਰਵਾਏ, ਬਹੁਤ ਸਾਰਾ ਖਾਲਸਾ ਉੱਥੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਾਂਦਾ ਹੈ। ਬਹੁਤ ਚੜਾਵੇ ਪੰਥ ਚੜਾਏ, ਪੰਥ ਨੇ ਚੜਾਵੇ ਇੰਨੇ ਚੜਾ ਦਿੱਤੇ, ਗੁਰਦੁਆਰਾ ਸੁੰਦਰ ਬਣ ਗਿਆ। ਦੇਹ ਪਰਦਖਣੋ ਬਾਣੀਆਂ ਉਚਾਰੈ, ਸਿੰਘ ਉਸ ਸਥਾਨ ਤੇ ਪ੍ਰਦਖਣਾ ਕਰਦੇ ਨੇ, ਬਾਣੀਆਂ ਪੜ੍ਹਦੇ, ਸਾਰਾ ਦਿਨ ਸਿੰਘ ਬਾਣੀ ਪੜ੍ਹਦੇ, ਸਾਰੀ ਰਾਤ ਬਾਣੀ ਪੜ੍ਹਦੇ। ਨਾਮ ਅਭਿਆਸੀ ਸਿੰਘ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਪ ਤਪ ਕਰਦੇ ਹਨ। ਸੋ ਪਾਵੈ ਜੋ ਚਿਤ ਧਾਰੈ, ਜੋ ਮਨ ਵਿੱਚ ਫੁਰਨਾ ਕਰਦੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਉਹ ਪੂਰਾ ਹੁੰਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਹਾਂਜੀ, ਬੈਠਾਏ ਰਬਾਬੀ ਸ਼ਬਦ ਪੜਵਾਇਓ, ਰਬਾਬੀ ਕੀਰਤਨੀਏ ਉੱਥੇ ਸ਼ਬਦ ਪੜ੍ਹਦੇ ਹਨ, ਮਰਦੰਗ ਵੱਜਦਾ ਹੈ, ਰਬਾਬ ਵੱਜਦੀ ਹੈ, ਕੀਰਤਨ ਹੁੰਦਾ ਗੁਰੂ ਸਾਹਿਬ ਜੀ ਦੇ ਅਸਥਾਨ ਤੇ। ਇਮ ਕਰ ਖਾਲਸੋ ਡੇਹਰੋ ਜਗਾਇਓ, ਇਸ ਪ੍ਰਕਾਰ ਖਾਲਸਾ ਪੰਥ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਸਿੰਘਾਂ ਦੀ ਜਗ੍ਹਾ ਜੈਨ ਖਾਂ ਨੂੰ ਮਾਰ ਕੇ ਸਰਹੰਦ ਫਤਿਹ ਕਰਕੇ ਫਿਰ ਨਵੇਂ ਸਿਰਿਓਂ ਤਾਮੀਰ ਕੀਤੀ। ਦੋਹਰਾ ਦਈ ਜਗੀਰ ਲਗਾਏ ਜਾਓ, ਸ੍ਰੀ ਗੁਰਦੁਆਰੇ ਸਾਥ। ਫਤਿਹਗੜ੍ਹ ਸਾਹਿਬ ਗੁਰਦੁਆਰੇ ਨੂੰ ਸਾਰੀਆਂ ਮਿਸਲਾਂ ਨੇ ਜਗੀਰਾਂ ਭੇਟਾ ਕੀਤੀਆਂ। ਕਿਸੇ ਨੇ 5 ਕਿੱਲੇ, ਕਿਸੇ ਨੇ 10, ਕਿਸੇ ਨੇ 50, ਕਿਸੇ ਨੇ 100, ਜਿੰਨੀ ਕਿਸੇ ਦੀ ਸਮਰੱਥਾ ਸੀਗੀ। ਜ਼ਮੀਨਾਂ ਜਿਹੜੀਆਂ ਨੇ ਜਥੇਦਾਰਾਂ ਨੇ, ਬਾਬਾ ਜੱਸਾ ਸਿੰਘ ਵਰਗਿਆਂ ਨੇ, ਚੜ੍ਹਤ ਸਿੰਘ ਵਰਗਿਆਂ ਨੇ, ਕਿਸੇ ਨੇ ਸਾਲ ਦਾ 100 ਰੁਪਈਆ, ਕਿਸੇ ਨੇ 500 ਰੁਪਈਆ, ਇਦਾਂ ਗੁਰਦੁਆਰੇ ਫਤਿਹਗੜ੍ਹ ਸਾਹਿਬ ਦੀ ਜਗੀਰ ਬੰਨ ਦਿੱਤੀ ਹੈ। ਬੈਠ ਸੋ ਦੇਹਰੇ ਖਾਹੇ ਸਿੰਘ, ਪਟੇ ਸ਼ਹਿਰ ਨਿਜ ਹਾਥ। ਔਰ ਸ਼ਹਿਰ ਦੇ ਸਾਰੇ ਪਟੇ ਖਾਲਸੇ ਨੇ ਆਪਣੇ ਹੱਥ ਵਿੱਚ ਕਰ ਲਏ ਨੇ। ਇੱਥੇ ਬਹਿ ਕੇ ਸਿੰਘ ਲੰਗਰ ਛਕਦੇ ਰਹਿਣਗੇ, ਜੋੜ ਮੇਲਾ ਲੱਗਿਆ ਕਰੇਗਾ। ਇਦਾਂ ਦਾ ਬੰਦੋਬਸਤ ਸਿਆਣੇ ਸਰਦਾਰਾਂ ਨੇ ਕਰ ਦਿੱਤਾ ਹੈ। ਰਤਨ ਸਿੰਘ ਜਿਮ ਸੁਣੀ ਥੀ ਪਿਤਾ ਆਪਣੇ ਪਾਸ, ਭਾਈ ਰਤਨ ਸਿੰਘ ਜੀ ਨੇ ਆਪਣੇ ਪਿਤਾ ਰਾਏ ਸਿੰਘ ਤੋਂ ਜੋ ਕਥਾ ਸੁਣੀ ਸੀ, ਉਹ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੱਥੇ ਲਿਖ ਦਿੱਤੀ ਹੈ। ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਾਇਆ। ਫਿਰ ਸਾਧ ਸੰਗਤ ਜੀ ਇਹਦੀ ਸੇਵਾ ਪਟਿਆਲੇ ਵਾਲੇ ਰਾਜੇ ਨੇ ਵੀ ਕਰਵਾਈ। ਉਹਨੇ ਵੀ ਫਿਰ ਗੁਰਦੁਆਰੇ ਦੀ ਸੇਵਾ ਬਹੁਤ, ਜਿਹੜਾ ਭਾਈ ਕਾਹਨ ਸਿੰਘ ਨਾਭੇ ਦਾ ਮਹਾਨ ਕੋਸ਼ ਹੈ, ਉਹਦੇ ਵਿੱਚ ਪੁਰਾਣੇ ਗੁਰਦੁਆਰੇ ਦੀ ਫੋਟੋ ਹੈ। ਹੁਣ ਜਿਹੜਾ ਗੁਰਦੁਆਰਾ ਹੈ ਇਹ ਕੰਬਲੀ ਵਾਲੇ ਸੰਤਾਂ ਨੇ, ਕਾਲੀ ਭੂਰੀ ਵਾਲੇ ਸੰਤ ਜਿਹੜੇ ਹੋਏ ਨੇ ਮਹਾਂਪੁਰਸ਼ ਕਾਰ ਸੇਵਾ ਵਾਲੇ, ਉਹਨਾਂ ਨੇ ਇਹ ਕਰਾਈ ਸੀ ਕੋਈ ਅੱਜ ਤੋਂ 50-60 ਸਾਲ ਪਹਿਲਾਂ। ਉਸ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਮਹਾਨਕੋਸ਼ ਵਿੱਚ ਦੇਖਦੇ ਹਾਂ ਉਹ ਸੀਗਾ ਜਿਹੜਾ ਰਾਜੇ ਪਟਿਆਲੇ ਨੇ ਸੇਵਾ ਕਰਾਈ ਸੀ ਸਿੰਘਾਂ ਦੇ ਰਾਜ ਦੇ ਵੇਲੇ। ਸੋ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਬੜਾ ਸੁੰਦਰ ਬਣ ਗਿਆ। ਲਿਖੀ ਸੋ ਖਾਤਰ ਖਾਲਸਾ, ਪੜ ਸੁਣ ਕਰੈ ਅਰਦਾਸ। ਖਾਲਸੇ ਦਾ ਭਲਾ ਹੋਵੇਗਾ। ਆਉਣ ਵਾਲੇ ਸਮੇਂ 'ਚ ਸਿੰਘ ਕਥਾ ਪੜ੍ਹਿਆ ਕਰਨਗੇ, ਆਪਣੇ ਇਤਿਹਾਸ ਦਾ ਉਹਨਾਂ ਨੂੰ ਪਤਾ ਲੱਗੇਗਾ। ਇਸ ਕਰਕੇ ਭਾਈ ਰਤਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਫਤਿਹਗੜ੍ਹ ਸਾਹਿਬ ਦੇ ਬਣਨ ਦੀ ਕਥਾ ਵੀ ਲਿਖ ਦਿੱਤੀ ਹੈ। ਦੋਹਰਾ ਸ਼ਹਿਰ ਮਾਲ ਤੋਂ ਲੁੱਟ ਲਿਓ, ਰਹਿਓ ਗੜੀ ਇੱਕ ਮਾਲ। ਸਾਧ ਸੰਗਤ ਜੀ ਸ਼ਹਿਰ ਦਾ ਸਾਰਾ ਮਾਲ ਤਾਂ ਸਿੰਘਾਂ ਨੇ ਲੁੱਟ ਲਿਆ। ਬੜੇ ਵੱਡੇ ਖਜ਼ਾਨੇ ਸਰਕਾਰ ਦੇ ਭਰੇ ਪਏ ਸਿੰਘਾਂ ਦੇ ਕਬਜ਼ੇ 'ਚ ਹੋ ਗਏ। ਸਰਹੰਦ ਸ਼ਹਿਰ ਵਿੱਚ ਕਰੋੜਾਂ ਰੁਪਈਆ ਸੀ ਜਿਹੜਾ ਖਾਲਸੇ ਦੇ ਹੱਥ ਆ ਗਿਆ, ਪਰ ਇੱਕ ਗੜੀ ਜਿਹੜੀ ਸੀ ਉਹਦੇ ਵਿੱਚ ਅਜੇ ਮਾਲ ਬਾਕੀ ਬਚਿਆ ਪਿਆ ਸੀ। ਜਿਸੈ ਭਾਂਤ ਸੋ ਜਾ ਪੁੱਟਿਓ, ਤਿਸ ਕੋ ਸੁਨੋ ਹਵਾਲ। ਜਿਸ ਤਰ੍ਹਾਂ ਉਹ ਗੜੀ ਵੀ ਸਿੰਘਾਂ ਨੇ ਜਾ ਪੁੱਟੀ ਹੈ, ਉਹ ਖਜ਼ਾਨਾ ਵੀ ਖਾਲਸੇ ਦੇ ਹੱਥ ਆਇਆ ਹੈ, ਉਹ ਕਥਾ ਸੁਣੋ। ਚਾਓ ਪਈ ਬਾਫਰ ਮਾਲ ਤਉ ਲੁੱਟ ਲਿਓ ਆਮ। ਜਿਹੜਾ ਫਾਲਤੂ ਮਾਲ ਸੀਗਾ ਉਹ ਤਾਂ ਲੋਕ ਹੀ ਲੁੱਟ ਕੇ ਲੈ ਗਏ। ਜਿਨ੍ਹਾਂ ਨੂੰ ਮਿਲਿਆ ਸਿੰਘਾਂ ਨਾਲ ਰਲ ਗਏ ਲੁਟੇਰੇ ਵੀ ਸਿੰਘਾਂ ਦਾ ਰੂਪ ਬਣਾ ਕੇ
ਉਹ ਵੀ ਆਪਣੇ ਘਰਾਂ ਨੂੰ ਹੱਥ ਸਾਫ਼ ਕਰਕੇ ਲੈ ਗਏ। ਰਲਿਓ ਖਾਲਸਾ ਸੋ ਸਿੰਘ ਧਰ ਨਾਮ। ਸਿੰਘ ਬਣ ਕੇ ਸਿੰਘਾਂ ਵਾਲੇ ਨਾਮ ਰੱਖ ਕੇ ਲੁਟੇਰੇ ਵੀ ਵਿੱਚ ਰਲ ਜਾਂਦੇ ਸਨ। ਇਹੋ ਜਿਹਾ ਜਦੋਂ ਸਮਾਂ ਆਉਂਦਾ ਹੈ ਨਾ, ਉਸ ਵੇਲੇ ਲੁਟੇਰੇ ਫਟਾਫਟ ਨਾਲ ਰਲ ਜਾਂਦੇ, ਸਿੰਘਾਂ ਵਾਲਾ ਹੀ ਰੂਪ ਬਣਾ ਲੈਂਦੇ, ਦਾੜੀਆਂ ਕੇਸ ਵੀ ਰੱਖ ਲੈਂਦੇ। ਜਦੋਂ ਔਖਾ ਟਾਈਮ ਆਵੇ ਸਿੰਘਾਂ ਦਾ ਸਾਥ ਛੱਡ ਕੇ ਫਿਰ ਸਿਰ ਮੂੰਹ ਬਣਾ ਲੈਂਦੇ। ਪਰ ਉਹ ਲੁਟੇਰੇ ਜਿਹੜੇ ਸਨ ਇੰਨਾ ਕੁ ਸਿੱਖਾਂ ਦਾ ਫਾਇਦਾ ਕਰ ਦਿੰਦੇ ਸੀ ਵੀ ਦੁਸ਼ਮਣ ਨੂੰ ਜਿਹੜਾ ਹੈ ਨਾ ਫੌਜ ਜ਼ਿਆਦਾ ਨਜ਼ਰ ਆਉਂਦੀ ਸੀ, ਦੁਸ਼ਮਣ ਘਬਰਾ ਜਾਂਦਾ ਸੀ ਵੀ ਸਿੱਖ ਬਹੁਤ ਆ ਗਏ ਆ। ਸੋ ਖਾਲਸੇ ਨੇ ਸਰਹੰਦ ਫਤਿਹ ਕਰ ਲਈ। ਲੁਟੇਰਿਆਂ ਨੇ ਬਹੁਤ ਮਾਲ ਲੁੱਟ ਲਿਆ। ਨਕਦ ਮਾਲ ਲਿਓ ਲੋਕਨ ਲੁਕਾਏ। ਨਗਦ ਮਾਲ ਸੋਨਾ ਚਾਂਦੀ ਲੋਕਾਂ ਨੇ ਲੁਕਾ ਲਿਆ ਸੀ, ਬਹੁਤ ਜ਼ਿਆਦਾ ਲੁਕਾ ਲਿਆ ਸੀ। ਨੀਹਨ ਮਹਿਲਨ ਹੇਠ ਗੜਵਾਏ। ਉਹਨਾਂ ਨੇ ਆਪਣੇ ਮਕਾਨਾਂ ਦੀਆਂ ਨੀਹਾਂ ਦੇ ਥੱਲੇ ਦੱਬ ਦਿੱਤਾ ਵੀ ਨੀਂਹ ਕੌਣ ਪੱਟੇਗਾ। ਉਹ ਨੀਹਾਂ ਦੇ ਥੱਲੇ ਜਾ ਜਾ ਕੇ ਨਾ ਡੂੰਘੇ ਪੱਟ ਕੇ ਟੋਏ ਮਕਾਨਾਂ ਦੀ ਨੀਹਾਂ ਦੇ ਥੱਲੇ ਸੋਨਾ ਚਾਂਦੀ ਹੀਰੇ ਮੋਤੀ ਜੋ ਕਿਸੇ ਕੋਲ ਮਹਿੰਗਾ ਗਹਿਣਾ ਗੱਟਾ ਸੀ ਉਹ ਸਭ ਥੱਲੇ ਲੋਕਾਂ ਨੇ ਦੱਬ ਦਿੱਤਾ ਸੀ। ਉਨ ਭਲ ਜਾਨ ਦਇਓ ਡੂੰਗੋ ਦੱਬ। ਉਹਨਾਂ ਨੇ ਤਾਂ ਆਪਣੇ ਮਾਲ ਨੂੰ ਸੇਫ ਕਰਨ ਵਾਸਤੇ ਵੀ ਡੂੰਘਾ ਦੱਬਿਆ ਕਿ ਜਿੰਨਾ ਮਾਲ ਡੂੰਘਾ ਦੱਬਾਂਗੇ ਉਹਨਾਂ ਬਚਿਆ ਰਹੇਗਾ। ਸਤਿਗੁਰ ਸਰਾਪ ਯਹ ਬਣਵਾਇਓ ਸਬੱਬ। ਪਰ ਇਹ ਅਸਲ 'ਚ ਗੁਰੂ ਕਲਗੀਧਰ ਦਾ ਉਹ ਸਰਾਪ ਪੂਰਾ ਹੋਣ ਦਾ ਬਹਾਨਾ ਬਣ ਰਿਹਾ ਸੀ। ਗੁਰੂ ਸਾਹਿਬ ਦਾ ਇਹ ਸਰਾਪ ਸੀ ਕਿ ਖਾਲਸਾ ਸਰਹੰਦ ਦੀਆਂ ਨੀਹਾਂ ਪੁੱਟ ਦੇਵੇਗਾ। ਹੁਣ ਨੀਹਾਂ ਕਿਵੇਂ ਪੁੱਟੀਆਂ ਗਈਆਂ ਸੁਣੋ। ਉੱਦਾਂ ਤਾਂ ਭਾਵੇਂ ਨਾ ਪੁੱਟਦੇ, ਨੀਹਾਂ ਕਈ ਲੁਟੇਰਿਆਂ ਨੇ ਹੀ ਪੁੱਟ ਛੱਡੀਆਂ। ਕਿਉਂ? ਉਹਨਾਂ ਨੇ ਲਾਲਚ ਕੀਤਾ ਵੀ ਨੀਹਾਂ ਦੇ ਥੱਲੇ ਮਾਲ ਹੈ। ਉਹ ਨੀਹਾਂ ਉਹਨਾਂ ਨੇ ਡੂੰਘੀਆਂ ਪੁੱਟੀਆਂ। ਮਹਾਰਾਜ ਦਾ ਬਚਨ ਪੂਰਾ ਹੋਣਾ ਸੀ, ਸਬੱਬ ਬਣਨਾ ਸੀ। ਉਹ ਕਿਤੇ ਉਹਨਾਂ ਨੇ ਸੁਣ ਲਿਆ ਲੁਟੇਰਿਆਂ ਨੇ ਵੀ ਸਰਹੰਦ ਵਾਸੀਆਂ ਨੇ ਆਪਣਾ ਮਾਲ ਜਿਹੜਾ ਹੈ ਉਹ ਨੀਹਾਂ ਦੇ ਥੱਲੇ ਦੱਬਿਆ ਹੋਇਆ ਹੈ। ਦਰਬ ਡੂੰਗੀ ਲੱਖ ਡੂੰਗੀ ਪਟਵਾਈ। ਥੱਲੇ ਡੂੰਘਾ ਪੈਸਾ ਪਿਆ ਹੋਵੇਗਾ, ਜਿੱਥੇ ਪਿਆ ਉਹ ਤਾਂ ਪੁੱਟਿਆ, ਜਿਹੜੇ ਨਹੀਂ ਵੀ ਪਿਆ ਸ਼ੱਕ ਦੇ ਨਾਲ ਵੀ ਇਹਦੇ ਥੱਲੇ ਵੀ ਹੋਵੇਗਾ, ਇਹਦੇ ਥੱਲੇ ਵੀ ਹੋਵੇਗਾ, ਇਹਦੇ ਥੱਲੇ ਵੀ ਹੋਵੇਗਾ। ਲੱਗੇ ਰਹੇ ਲੋਕ ਪੱਟਣ। ਪੱਟ ਕੇ ਸਰਹੰਦ ਸ਼ਹਿਰ ਦੇ ਮਕਾਨਾਂ ਦੀਆਂ ਨੀਹਾਂ ਸਾਫ਼ ਕਰਤੀਆਂ। ਹੁਣ ਫਤਿਹਗੜ੍ਹ ਸਾਹਿਬ ਤੁਸੀਂ ਗੁਰਦੁਆਰਾ ਦੇਖੋ, ਹੁਣ ਤਾਂ ਚਲੋ 10 ਕੁ ਸਾਲ ਤੋਂ ਥੋੜ੍ਹੀ ਜਿਹੀ ਆਬਾਦੀ ਆਲੇ ਦੁਆਲੇ ਕੋਈ ਯੂਨੀਵਰਸਿਟੀ ਬਣ ਗਈ ਹੈ, ਕੋਈ ਕਾਲਜ ਬਣ ਗਏ, ਕੋਈ ਮਾੜਾ ਮੋਟਾ 1% 2% ਥੋੜ੍ਹੀ ਜਿਹੀ ਰੌਣਕ ਹੋ ਗਈ ਹੈ। ਅੱਜ ਤੋਂ 30 ਕੁ ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਵੀ ਅਸੀਂ ਦੇਖਦੇ ਸੀ ਫਤਿਹਗੜ੍ਹ ਸਾਹਿਬ ਮਾਤਾ ਦੇ ਬੁਰਜ ਤੇ ਚੜ੍ਹ ਕੇ ਆਲੇ ਦੁਆਲੇ ਖੇਤ ਹੀ ਖੇਤ ਹੁੰਦੇ ਸਨ। ਤੇ ਸਰਹੰਦ ਸ਼ਹਿਰ ਜਦੋਂ ਵਸਦਾ ਸੀ 300 ਸਾਲ ਪਹਿਲਾਂ, ਉਹਨਾਂ ਖੇਤਾਂ ਵਾਲੀ ਥਾਵਾਂ ਤੇ ਕਿਲੇ ਹੁੰਦੇ ਸਨ, ਬਿਲਡਿੰਗਾਂ ਹੁੰਦੀਆਂ ਸਨ, ਬਹੁਤ ਆਲੀਸ਼ਾਨ ਬੰਗਲੇ ਹੁੰਦੇ ਸਨ ਮੁਗਲਾਂ ਦੇ। ਕਿਤੇ ਐਡੇ ਵੱਡੇ ਬੰਗਲੇ, ਐਡੇ ਵੱਡੇ ਸ਼ਹਿਰ ਦਾ ਪਸਾਰਾ ਤੇ ਕਿਤੇ ਖੇਤ ਬਣ ਜਾਣ। ਹੈਰਾਨ ਹੋਈਦਾ ਵੀ ਕਿੱਦਾਂ ਹੋ ਗਿਆ। ਉਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ ਕਿ ਇਸ ਸ਼ਹਿਰ ਦੀਆਂ ਨੀਹਾਂ ਪੁੱਟੀਆਂ ਜਾਣਗੀਆਂ, ਇੱਟਾਂ ਚੁੱਕ ਕੇ ਦਰਿਆਵਾਂ 'ਚ ਪਾ ਦਿੱਤੀਆਂ ਜਾਣਗੀਆਂ। ਬਹਾਨਾ ਬਣ ਗਿਆ, ਲੁਟੇਰਿਆਂ ਨੂੰ ਸ਼ੱਕ ਪੈ ਗਿਆ ਵੀ ਥੱਲੇ ਮਾਲ ਹੈ ਨੀਹਾਂ ਦੇ, ਪੱਟ ਦਿਓ ਮਾਲ ਕੱਢਣ ਵਾਸਤੇ। ਭਾਵੇਂ ਉੱਦਾਂ ਇੰਨਾ ਜ਼ੋਰ ਲਾਉਂਦੇ ਕਿ ਨਾ ਲਾਉਂਦੇ, ਪਰ ਲਾਲਚ ਬੁਰੀ ਬਲਾ ਹੈ। ਲੋਕਾਂ ਨੇ ਆਪ ਹੀ ਪੱਟ ਕੇ ਥੱਲਿਓਂ ਖਾਲੀ ਕਰ ਛੱਡੀਆਂ ਨੀਹਾਂ। ਹਾਂਜੀ, ਇਮ ਕਰ ਸ਼ਹਿਰ ਸਭ ਮੁੱਢੋਂ ਖਟਾਈ। ਇਹ ਤਾਂ ਸ਼ਹਿਰ ਸਰਹੰਦ ਮੁੱਢੋਂ ਪੱਟਿਆ ਗਿਆ, ਖਤਮ ਹੋ ਗਿਆ, ਨਾਮੋ ਨਿਸ਼ਾਨ ਨੇਸਤੋ ਨਾਬੂਦ ਹੋ ਗਿਆ। ਸਤਿਗੁਰ ਕਹੀ ਥੀ ਪ੍ਰਿਥਵੀ ਪਲਟਾਵਨ। ਮਹਾਰਾਜ ਨੇ ਤਾਂ ਕਿਹਾ ਸੀ ਪ੍ਰਿਥਵੀ ਪਲਟ ਜਾਏਗੀ, ਭਾਵ ਧਰਤੀ ਥੱਲੇ ਉੱਪਰ ਆ ਜਾਏਗੀ। ਉਹ ਗੱਲ ਹੋ ਗਈ। ਸਤਿਗੁਰ ਬਚਨ ਨਾ ਖਾਲੀ ਜਾਵਨ। ਉਹ ਬਚਨ ਖਾਲੀ ਨਹੀਂ ਹੈ। ਪ੍ਰਿਥਵੀ ਪਲਟਣ ਦਾ ਹੀ ਹੁੰਦਾ ਨਾ ਵੀ ਜਿਹੜੀਆਂ ਉੱਪਰ ਬਿਲਡਿੰਗਾਂ ਉਹ ਜ਼ਮੀਨ 'ਚ ਗਰਕ ਖਤਮ ਹੋ ਗਈਆਂ ਤੇ ਜਿਹੜੀ ਜ਼ਮੀਨ ਸੀ ਉਹ ਉੱਪਰ ਆ ਗਈ। ਜਿਹੜੀ ਜ਼ਮੀਨ ਉਹਨਾਂ ਬਿਲਡਿੰਗਾਂ ਦੇ ਥੱਲੇ ਦੱਬੀ ਸੀ ਉੱਪਰ ਆ ਗਈ। ਉੱਥੇ ਹਲ ਵਗਣ ਲੱਗ ਪਏ, ਹਲ ਵਗ ਕੇ ਖੇਤੀ ਹੋਣ ਲੱਗ ਪਈ। ਹੁਣ ਉੱਥੇ ਫਸਲਾਂ ਹੁੰਦੀਆਂ। ਹਾਂਜੀ, ਸਤਿਗੁਰ ਕਰੇ ਥੇ ਤੱਤੇ ਵਾਕ। ਮਹਾਰਾਜ ਨੇ ਤੱਤੇ ਵਾਕ ਕੀਤੇ ਸਨ। ਵੀਰ ਰਸ ਵਿੱਚ ਆ ਕੇ, ਗੁੱਸੇ 'ਚ ਆ ਕੇ ਕਿਹਾ ਸੀ ਸਰਹੰਦ ਉਜੜ ਜਾਏਗੀ। ਹਾਂਜੀ, ਗਏ ਸਾੜ ਵਹੁ ਪਾਨੀ ਲਾਕ। ਉਹ ਤੱਤੇ ਵਾਕਾਂ ਨੇ ਪਾਣੀ ਵੀ ਸਾੜ ਦਿੱਤਾ। ਭਾਵ
ਇੰਨਾ ਉਹ ਮਹਾਰਾਜ ਦਾ ਬਚਨ ਵੀਰ ਰਸ ਵਿੱਚ ਹੋਇਆ ਸੀ ਕਿ ਸਰਹੰਦ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ। ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਨਿਕਲੇ ਬੋਲ ਪੂਰੇ ਹੋ ਗਏ। ਸਤਿਗੁਰ ਬਚਨ ਸੋ ਤਿੱਖੀ ਤਲਵਾਰ, ਸਤਿਗੁਰਾਂ ਦੇ ਬਚਨ ਤਿੱਖੀ ਤਲਵਾਰ ਦੀ ਤਰ੍ਹਾਂ ਹਨ। ਕੌਣ ਉਹਨਾਂ ਦੀ ਝਾਲ ਝੱਲ ਸਕਦਾ ਹੈ? ਵਹਿ ਨਹਿ ਛੋੜੈ ਜੋ ਲੁਕੇ ਪਤਾਲ, ਭਾਵੇਂ ਕੋਈ ਪਤਾਲ ਵਿੱਚ ਜਾ ਕੇ ਲੁਕ ਜਾਵੇ, ਗੁਰਾਂ ਦੇ ਬਚਨ ਪਿੱਛਾ ਨਹੀਂ ਛੱਡਦੇ। ਹਾਂਜੀ। ਬਾਰ ਤੀਜੀ ਭਇਓ ਸ਼ਹਿਰ ਲੁਟਾਈ, ਤੀਜੀ ਵਾਰ ਸ਼ਹਿਰ ਖਾਲਸੇ ਨੇ ਲੁੱਟਿਆ। ਪਹਿਲਾਂ ਬੰਦੇ ਬਹਾਦਰ ਦੇ ਸਮੇਂ ਲੁੱਟਿਆ, ਫਿਰ 1757 ਵਿੱਚ, ਤੇ ਫਿਰ ਹੁਣ ਲੁੱਟਿਆ ਹੈ। ਸਰਦਾਰਨ ਹੱਥ ਵੱਡ ਦੌਲਤ ਆਈ, ਜੈਨ ਖਾਨ ਨੂੰ ਮਾਰ ਕੇ ਸਰਹੰਦ ਲੁੱਟ ਕੇ ਸਿੰਘ ਸਰਦਾਰ ਮਾਲਾ ਮਾਲ ਹੋ ਗਏ। ਬਹੁਤ ਮਾਇਆ ਖਾਲਸੇ ਦੇ ਹੱਥ ਲੱਗੀ ਹੈ। ਦੋਹਰਾ ਰਾਏ ਸਿੰਘ ਖੱਤਰੀ ਹੁਤੋ ਮੁਲਕ ਉਗਰਾਹਨ ਦਾਰ, ਇੱਕ ਸਰਹੰਦ ਦਾ ਰਾਏ ਸਿੰਘ ਖੱਤਰੀ ਸੀ ਜਿਹੜਾ ਮਾਮਲਾ ਉਗਰਾਇਆ ਕਰਦਾ ਸੀ, ਟੈਕਸ ਇਕੱਠਾ ਕਰਿਆ ਕਰਦਾ ਸੀ। ਜੱਟ ਪੁਰੈ ਕੇ ਉਨ ਢਿਗੈ ਇਕ ਲੀਨੀ ਗੜੀ ਸੁਵਾਰ, ਜੱਟਪੁਰੇ ਦੇ ਲਾਗੇ ਉਹਨੇ ਇੱਕ ਗੜੀ ਬਣਾਈ ਹੋਈ ਸੀ, ਕਿਲਾ ਬਣਾਇਆ ਹੋਇਆ ਸੀ। ਚੌਪਈ ਵੜੇ ਲੋਕ ਲੈ ਵੱਡ ਮਾਲ, ਬਹੁਤ ਸਾਰੇ ਲੋਕ ਆਪਣਾ ਮਾਲ ਮੱਤਾ ਲੈ ਕੇ ਉਸ ਗੜੀ 'ਚ ਲੁਕ ਗਏ ਸਨ। ਉਸ ਕੋ ਸੁਣਿਓ ਸਰਦਾਰਨ ਹਵਾਲ, ਹੁਣ ਉਸ ਦੀ ਗੱਲ ਜੱਸਾ ਸਿੰਘ ਆਹਲੂਵਾਲੀਏ ਵਰਗੇ ਸਰਦਾਰਾਂ ਨੂੰ ਪਤਾ ਲੱਗੀ। ਵੱਡੋ ਕਿਲੋ ਗਇਓ ਲੁੱਟਿਓ ਸਾਰੋ, ਵੱਡਾ ਕਿਲਾ ਤਾਂ ਸਿੰਘਾਂ ਨੇ ਲੁੱਟ ਕੇ ਢਾਹ ਦਿੱਤਾ ਸਾਰਾ। ਤਬੈ ਸਰਦਾਰਨ ਯੋ ਜੀ ਤਾਂ ਧਾਰੋ, ਸਿੰਘਾਂ ਸਰਦਾਰਾਂ ਦੇ ਮਨ ਵਿੱਚ ਖਿਆਲ ਆਇਆ, ਦੋਹਰਾ ਸਰਦਾਰਨ ਮਾਲ ਤਕਾਏ ਕੈ ਗੜੀ ਲਈ ਅਟਕਾਏ, ਸਿੰਘਾਂ ਸਰਦਾਰਾਂ ਨੇ ਉਹ ਗੜੀ ਨੂੰ ਵੀ ਘੇਰਾ ਪਾ ਲਿਆ। ਇਸ ਕੀ ਜਪਤੀ ਹਮ ਕਰੈ ਪਾਛੈ ਲਿਹੋ ਬਟਾਏ, ਕਹਿਣ ਲੱਗੇ ਪਹਿਲਾਂ ਇਹਦਾ ਮਾਲ ਜ਼ਬਤ ਕਰੀਏ, ਫਿਰ ਇਹਦੇ ਨਾਲ ਗੱਲ ਕਰਾਂਗੇ। ਬੁੱਢੋ ਸਿੰਘ ਭਾਈ ਹੁਤੋ ਝੰਬੋ ਵਾਲੋ ਜੋ ਜੋਏ, ਬੁੱਢਾ ਸਿੰਘ ਭਾਈ ਕਾ ਸੀ ਜਿਹੜਾ ਝੰਬੋਵਾਲ ਵਾਲਾ। ਫਤਿਹ ਸਿੰਘ ਕੋ ਪੋਤਰੋ ਨਿਬਾਬ ਬੰਦਾ ਕੀਓ ਥੋਏ, ਜੋ ਫਤਿਹ ਸਿੰਘ ਦਾ ਪੋਤਰਾ ਸੀਗਾ, ਜੋ ਫਤਿਹ ਸਿੰਘ ਨੇ ਸੂਬੇ ਨੂੰ ਮਾਰਿਆ ਸੀ ਨਾ, ਸਰਹੰਦ ਦੇ ਨੂੰ, ਵਜ਼ੀਰ ਖਾਨ ਨੂੰ, ਤੇ ਇਸ ਕਰਕੇ ਬੰਦੇ ਬਹਾਦਰ ਨੇ ਫਤਿਹ ਸਿੰਘ ਨੂੰ ਇੱਥੋਂ ਦਾ ਸੂਬੇਦਾਰ ਬਣਾਇਆ ਸੀਗਾ। ਆਲੀ ਸਿੰਘ, ਮਾਲੀ ਸਿੰਘ, ਫਤਿਹ ਸਿੰਘ, ਬਾਜ ਸਿੰਘ, ਇਹ ਸਾਰੇ ਮੁਖੀ ਸਰਦਾਰ ਉਸ ਵੇਲੇ ਬੰਦੇ ਬਹਾਦਰ ਦੇ ਨਾਲ ਸਨ। ਉਹਨਾਂ ਵਿੱਚੋਂ ਸਾਧ ਸੰਗਤ ਜੀ ਜਿਹੜਾ ਫਤਿਹ ਸਿੰਘ ਸੀ, ਉਹਦਾ ਪੋਤਰਾ ਬੁੱਢਾ ਸਿੰਘ, ਇਹ ਜਦੋਂ ਦੁਬਾਰਾ ਸਿੰਘਾਂ ਨੇ ਸਰਹੰਦ ਫਤਿਹ ਕੀਤੀ ਤਾਂ ਉਹ ਵੀ ਉੱਥੇ ਆਇਆ ਹੋਇਆ ਸੀ। ਚੌਪਈ ਹੁਤੋ ਮਲਵਈਨ ਮੈਂ ਹੁਸ਼ਿਆਰ, ਮਲਵਈਆਂ ਵਿੱਚੋਂ ਸੀਗਾ, ਕਿਉਂਕਿ ਇਹ ਜਿਹੜੇ ਸਨ ਇਹ ਮਲਵਈ ਸਨ, ਫਤਿਹ ਸਿੰਘ ਦੇ ਪਰਿਵਾਰ ਵਾਲੇ। ਇਹ ਬੜਾ ਹੁਸ਼ਿਆਰ ਸੀਗਾ। ਹਾਂਜੀ। ਲਿਓ ਕਿਲਾ ਉਨ ਟਕੇ ਚੁਕਾਰ, ਉਹਨੇ ਸਿੰਘਾਂ ਨੂੰ ਟਕੇ ਦੇਣੇ ਕਰਕੇ ਉਹ ਕਿਲਾ ਲੈ ਲਿਆ। 80,000 ਕਰਿਓ ਸਭਨ ਸੁਨਾਏ, ਸਿੰਘਾਂ ਨੂੰ ਕਹਿਣ ਲੱਗਾ 80,000 ਮੈਂ ਤੁਹਾਨੂੰ ਦਿਆਂਗਾ, ਬਾਕੀ ਜੋ ਕੁਛ ਮੇਰਾ ਹੋਵੇਗਾ। 25,000 ਕੀਓ ਗੁਪਤ ਨਜ਼ਰ ਆਏ, 25 ਗੁਪਤ ਖਾਲਸੇ ਨੂੰ ਅਰਦਾਸੇ ਕਰਾ ਦਿੱਤਾ। ਦੋਹਰਾ ਬੁੱਢਾ ਸਿੰਘ ਸੋਊ ਜਪਤਿਓ ਕਰ ਕਰ ਬਹੁਤ ਕਲੇਸ਼, ਬੁੱਢਾ ਸਿੰਘ ਨੇ ਜੰਗ ਜੁੱਧ ਕਰਕੇ ਉਹ ਹਵੇਲੀ ਜ਼ਬਤ ਕਰ ਲਈ। ਕਾਢੀ ਨਾਰ ਨੰਗਿਆਏ ਉਨ ਕੁਛਕ ਨਾ ਕੀਓ ਅੰਦੇਸ਼, ਉਹਨੇ ਉੱਥੋਂ ਜਿਹੜੀਆਂ ਇਸਤਰੀਆਂ ਸਨ ਉਹ ਬਾਹਰ ਕੱਢ ਦਿੱਤੀਆਂ ਤੇ ਸਾਰੇ ਕੜੀ ਤੇ ਕਬਜ਼ਾ ਕਰ ਲਿਆ। ਚੌਪਈ ਤਹਾਂ ਸਰਾਪ ਵੱਡ ਨਾਰਨ ਦਇਓ, ਤਾਂ ਉਸ ਵੇਲੇ ਉਹਨਾਂ ਮਾਈਆਂ ਨੇ ਸਰਾਪ ਦੇ ਦਿੱਤਾ। ਸੋ ਬੁੱਢਾ ਸਿੰਘ ਉੱਪਰ ਪਇਓ, ਉਹ ਬੁੱਢਾ ਸਿੰਘ ਤੇ ਪੈ ਗਿਆ। ਧਰਮ ਖੋਇਓ ਔ ਰਹਿਓ ਨਾ ਧਨ, ਧਨ ਵੀ ਗਿਆ ਤੇ ਧਰਮ ਵੀ ਗਿਆ। ਉਸ ਦਿਨ ਤੇ ਉਸ ਆਇਓ ਘਟਨ, ਉਹਦਾ ਫਿਰ ਦਿਨੋ ਦਿਨ ਪ੍ਰਤਾਪ ਘਟਣ ਲੱਗਾ। ਵਹੀ ਕਿਲੋ ਪਸਿੰਦ ਸਿੰਘਨ ਕੀਓ, ਸੋ ਉਹ ਕਿਲਾ ਫਿਰ ਸਿੰਘਾਂ ਦੇ ਕੋਲ ਆ ਗਿਆ। ਸ਼ਹਿਰ ਸਰਾਪ ਤੇ ਇੱਕ ਵੱਲ ਥੀਓ, ਉਹ ਗੜੀ ਨੂੰ ਬਚਾਉਣਾ ਚਾਹੁੰਦਾ ਸੀ ਵੀ ਗੜੀ ਮੈਂ ਕਬਜ਼ਾ ਕਰਕੇ ਇੱਥੇ ਰਵਾਂਗਾ, ਪਰ ਖਾਲਸਾ ਜੀ ਗੁਰੂ ਸਾਹਿਬ ਦਾ ਸਰਾਪ ਸੀ ਵੀ ਗੜੀ ਰਹਿਣੀ ਕੋਈ ਨਹੀਂ ਇੱਥੇ, ਨਾ ਕੋਈ ਗੜੀ, ਨਾ ਕੋਈ ਕਿਲਾ, ਨਾ ਕੋਈ ਇੱਥੇ ਕੋਠੀ, ਨਾ ਬੰਗਲਾ, ਸਭ ਖਤਮ ਹੋ ਜਾਣੇ। ਉਹ ਵੀ ਸਮਾਂ ਪਾ ਕੇ ਸਭ ਖਤਮ ਹੋ ਗਏ। ਹੁਤੋ ਸਿਰਹੰਦੋ ਨਾਮ ਨਿਆਰਾ, ਸਰਹੰਦੋਂ ਉਹਦਾ ਨਾਮ ਵੱਖਰਾ ਹੋਇਆ। ਸ੍ਰੀ ਮੁਖ ਹੂੰ ਤੇ ਜਟਪੁਰੋ ਉਚਾਰਾ, ਜਿਹਦਾ ਨਾਮ ਜਟਪੁਰਾ ਸੀਗਾ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਵੀ ਉੱਥੇ ਜਟਪੁਰਾ ਹੀ ਲਿਖਿਆ ਸੀ।
ਦੋਹਰਾ ਲੀਨੇ ਟਕੇ ਨਿਬੜਾਏ ਜਬ ਦਿਓ ਠਾਣੋ ਸਿੰਘਨ ਪਾਏ। ਉਹਦੇ ਸਿੰਘਾਂ ਦਾ ਠਾਣਾ ਪਾ ਕੇ ਬੁੱਢਾ ਸਿੰਘ ਬਹਿ ਗਿਆ। ਫਿਰ ਬੁੱਢਾ ਸਿੰਘ ਜੋੜ ਹੱਥ ਲੀਨੋ ਸਾਲ ਚੁਕਾਏ। ਉਹਨੇ ਸਾਲ ਦੇ ਪੈਸੇ ਖਾਲਸੇ ਨੂੰ ਦੇਣੇ ਕਰ ਲਏ ਤੇ ਸਰਹੰਦ ਦਾ ਕਬਜ਼ਾ ਲੈ ਲਿਆ। ਚੌਪਈ ਤਉ ਫਿਰ ਗੜੀ ਬੁੱਢਾ ਸਿੰਘ ਲਈ। ਇਹ ਗੜੀ ਬੁੱਢਾ ਸਿੰਘ ਨੇ ਲੈ ਲਈ ਸਰਹੰਦ ਦੇ ਵਿੱਚ ਪ੍ਰਬੰਧ ਕਰਨ ਵਾਸਤੇ। ਹੁਤੇ ਮੱਧ ਪਿੰਡ ਜੇ ਬਾਗਨ ਤਈ। ਜਿਹੜੇ ਆਲੇ ਦੁਆਲੇ ਬਾਗ ਸਨ ਸਰਹੰਦ ਦੇ, ਔਰ ਗਿਰਦ ਲਿਓ ਖਾਲਸੇ ਰੋਕ। ਬਾਕੀ ਇਲਾਕਾ ਖਾਲਸੇ ਨੇ ਰੋਕ ਲਿਆ। ਸਿੱਖਨ ਵਇਓ ਦੁਖ ਦੁਸ਼ਟ ਲੋਕ। ਸੋ ਖਾਲਸਾ ਜੀ ਉਸ ਵੇਲੇ ਦੁਸ਼ਟਾਂ ਨੂੰ ਸੋਧ ਕੇ ਸਰਹੰਦ ਦੇ ਵਿੱਚ ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਾਇਆ। ਫਿਰ ਸਰਹੰਦ ਦੇ ਉੱਤੇ ਮਹਾਰਾਜਾ ਪਟਿਆਲਾ ਦਾ ਪ੍ਰਬੰਧ ਵੀ ਰਿਹਾ। ਕਈ ਰੰਗ ਆਏ, ਕਈ ਗਏ, ਤਾਂ ਹੌਲੇ ਹੌਲੇ ਸਿੰਘਾਂ ਨੇ ਇਹ ਸਾਰੇ ਇਲਾਕੇ ਫਤਿਹ ਕੀਤੇ ਸਨ। ਪੰਥ ਪ੍ਰਕਾਸ਼ ਦੀ ਇਹ ਕਥਾ ਸਾਧ ਸੰਗਤ ਜੀ ਆਪ ਸਰਵਣ ਕਰ ਰਹੇ ਹੋ। ਐਤਵਾਰ ਸ਼ਾਮ ਤੱਕ ਦਾਸ ਨੇ ਹਾਜ਼ਰੀ ਭਰਨੀ ਹੈ। ਇਸੇ ਤਰ੍ਹਾਂ ਅੱਗੇ ਫਿਰ ਜਿਵੇਂ ਪਰਮੇਸ਼ਰ ਦਾ ਹੁਕਮ ਹੋਵੇਗਾ ਨਦੀ ਨਾਮ ਸੰਜੋਗੀ ਮੇਲੇ ਹੁੰਦੇ ਹੈ। ਸੋ ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੇ ਖਾਲਸੇ ਦਾ ਇਤਿਹਾਸ ਸਰਵਣ ਕਰੋ, ਜੀਵਨ ਸਫਲਾ ਬਣਾਓ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ, ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ। ਚੜ੍ਹੇ